ਜੇ ਹੁਣ ਕਿਸੇ ਨੂੰ ਇਸ ਤਰ੍ਹਾਂ ਕਲੇਮ ਦੀ ਨੌਬਤ ਆ ਗਈ ਹੈ ਜੀ ਤੇ ਉਹ ਕਹਿ ਰਹੇ ਨੇ ਕਿ ਰਿਪੋਰਟ ਦਿਓ, ਟੈਸਟ ਤੁਸੀਂ ਨਾ ਕਰਵਾਇਆ ਹੋਵੇ, ਤੁਹਾਡੇ ਕੋਲ ਨਾ ਹੋਵੇ ਰਿਪੋਰਟ, ਤੇ ਐਕਚੁਅਲੀ ਤੁਹਾਨੂੰ ਅਸਲ 'ਚ ਕਰਨਾ ਕੀ ਚਾਹੀਦਾ? ਹੁਣ ਜਦੋਂ ਤੁਸੀਂ ਫੈਮਿਲੀ ਹਿਸਟਰੀ ਹਾਈਡ ਕਰਦੇ ਹੋ, ਮੰਨ ਲਓ ਕਿਸੇ ਦੇ ਪੇਰੈਂਟਸ ਦੀ ਕਿਸੇ ਦੀ ਡੈਥ ਹਾਰਟ ਕੰਡੀਸ਼ਨ ਕਰਕੇ ਹੋਈ ਹੈ, ਤੁਸੀਂ ਉਹ ਚੀਜ਼ ਹਾਈਡ ਕਰ ਦਿੱਤੀ, ਤੁਹਾਡਾ ਕ੍ਰਿਟੀਕਲ ਇਲਨੈਸ ਦਾ ਕਲੇਮ ਆ ਗਿਆ ਹਾਰਟ ਰਿਲੇਟਡ, ਤੁਸੀਂ ਉਹ ਚੀਜ਼ ਹਾਈਡ ਕੀਤੀ ਸੀ, ਪਰ ਜਦੋਂ ਤੁਹਾਡਾ ਮੈਡੀਕਲ ਰੈਕਡ ਪੁੱਲ ਆਊਟ ਹੋਇਆ ਕਲੇਮ ਦੇ ਟਾਈਮ ਤੇ ਤੁਹਾਡੀ ਡਾਕਟਰ ਦੀ ਫਾਈਲ ਦੇ ਵਿੱਚ ਚੀਜ਼ ਮੈਂਸ਼ਨ ਹੁੰਦੀ ਹੈ। ਸਾਨੂੰ ਬਹੁਤਿਆਂ ਨੂੰ ਇਹ ਨਹੀਂ ਪਤਾ ਕਿ ਜਦੋਂ ਅਸੀਂ ਡਾਕਟਰ ਬਣਾਉਂਦੇ ਹਾਂ ਫੈਮਿਲੀ ਡਾਕਟਰ, ਤਾਂ ਉੱਥੇ ਜਾ ਕੇ ਡਾਕਟਰ ਤੁਹਾਡੇ ਕੋਲ ਪਹਿਲਾਂ ਫੁੱਲ ਇੰਟਰਵਿਊ ਲੈਂਦੇ ਨੇ ਕਿ ਤੁਹਾਡੀ ਫੈਮਿਲੀ ਹਿਸਟਰੀ ਕੀ ਹੈ, ਮਦਰ ਫਾਦਰ ਬ੍ਰਦਰ ਸਿਸਟਰ ਕਿਸੇ ਨੂੰ ਕੋਈ ਪ੍ਰੋਬਲਮ ਹੈ, ਉਹ ਚੀਜ਼ ਉੱਥੇ ਮੈਂਸ਼ਨ ਹੈ। ਔਰ ਜਦੋਂ ਅਸੀਂ ਉਹ ਚੀਜ਼ ਇੰਸ਼ੋਰੈਂਸ ਕੰਪਨੀ ਤੋਂ ਹਾਈਡ ਕੀਤੀ ਹੈ ਤਾਂ ਡੈਫੀਨੇਟਲੀ ਕਲੇਮ ਟਾਈਮ ਤੇ ਪ੍ਰੋਬਲਮ ਆਉਣੀ ਹੈ। ਇੱਕ ਵਾਰੀ ਮੈਨੂੰ ਇੱਕ ਕਾਲ ਆਈ, ਮੈਨੂੰ ਵੀਰ ਜੀ ਕਹਿੰਦੇ ਜੀ ਮੈਂ ਜੀ ਯੂਰਿਨ ਸੈਂਪਲ ਆਪਣੇ ਬ੍ਰਦਰ ਦਾ ਦੇ ਦਿੱਤਾ ਸੀਗਾ ਜਦੋਂ ਮੇਰਾ ਯੂਰਿਨ ਸੈਂਪਲ ਲੈਣਾ ਹੈ, ਕਿਉਂਕਿ ਮੈਂ ਕੋਈ ਪ੍ਰੋਡਕਟ ਲੈਣਾ ਹੈ ਜਿਹੜੇ ਦੂਸਰੇ ਸਮੋਕਿੰਗ ਰਿਲੇਟਡ। ਤਾਂ ਹੁਣ ਉਹ ਕਹਿੰਦੇ ਸੀ ਕਿ ਮੇਰਾ ਜੇ ਕਲੇਮ ਆਇਆ ਤਾਂ ਫਿਰ ਹੁਣ ਡਰ ਤਾਂ ਹੈ ਮਨ ਦੇ ਵਿੱਚ ਕਿ ਮੈਂ ਉਹ ਚੀਜ਼ ਜਿਹੜੀ ਹੈ ਗਲਤ ਕੀਤੀ ਹੈ, ਕਿ ਮੈਂ ਯੂਰਿਨ ਸੈਂਪਲ ਕਿਸੇ ਹੋਰ ਦਾ ਦਿੱਤਾ ਆਪਣੀ ਜਗ੍ਹਾ। ਸੋ ਇਹ ਜਿਹੜੀਆਂ ਗਲਤੀਆਂ ਅਸੀਂ ਕਰਦੇ ਹਾਂ ਬਿਲਕੁਲ ਨਾ ਕਰੋ, ਕਿਉਂਕਿ ਕੱਲ੍ਹ ਨੂੰ ਪ੍ਰੋਬਲਮ ਜਾ ਕੇ ਸਾਨੂੰ ਹੀ ਆਉਣੀ ਹੈ। ਫੋਰ ਐਗਜ਼ਾਮਪਲ ਅਗਰ ਕੋਈ ਬੰਦਾ ਹੈ ਉਹਦੇ ਉੱਪਰ ਆਲਰੇਡੀ ਡਰਾਈਵਿੰਗ ਰੈਕਡ ਹੀ ਲਗਾ ਲਓ, ਉਹਨੂੰ ਕਾਫੀ ਸਾਰੀਆਂ ਟਿਕਟ ਮਿਲੀਆਂ ਸਪੀਡਿੰਗ ਦੀਆਂ ਜਾਂ ਲਾਇਸੈਂਸ ਸਸਪੈਂਸ਼ਨ ਦੀਆਂ, ਉਸਨੇ ਡਿਸਕਲੋਜ਼ ਨਹੀਂ ਕੀਤਾ। ਹੁਣ ਉਸ ਬੰਦੇ ਦਾ ਫੋਰ ਐਗਜ਼ਾਮਪਲ ਕ੍ਰਿਟੀਕਲ ਇਲਨੈਸ ਦਾ ਹੀ ਕਲੇਮ ਆ ਗਿਆ, ਐਕਸੀਡੈਂਟ ਦੇ ਵਿੱਚ ਕੋਈ ਬੋਡੀ ਪਾਰਟ ਲਾਸ ਹੋ ਗਿਆ, ਤਾਂ ਉਹ ਕਲੇਮ ਡਿਕਲਾਈਨ ਹੋਣਾ ਹੀ ਹੋਣਾ, ਕਿਉਂਕਿ ਆਲਰੇਡੀ ਉਹਨਾਂ ਦੇ ਡਰਾਈਵਿੰਗ ਰੈਕਡ ਦੇ ਉੱਪਰ ਜਿਹੜਾ ਉਹ ਚੀਜ਼ਾਂ ਚੜੀਆਂ ਨੇ, ਖਰਾਬ ਹੈ, ਡਰਾਈਵਿੰਗ ਉਹਦੀ ਸਹੀ ਨਹੀਂ ਹੈ, ਤੇ ਉਹਨੇ ਇਹ ਝੂਠ ਬੋਲਿਆ ਹੋਇਆ। ਤੇ ਹੁਣ ਆਪਾਂ ਜੋ ਗੱਲਬਾਤ ਕਰਨੀ ਅਸਲ ਦੇ 'ਚ ਪਿਛਲੇ ਕੁਛ ਦਿਨ ਪਹਿਲਾਂ ਮੈਨੂੰ ਇੱਕ ਦੋਸਤ ਦਾ ਫੋਨ ਆਇਆ। ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਦੇ ਮਦਰ ਦੀ ਇੰਸ਼ੋਰੈਂਸ ਸੀਗੀ, ਅਤੇ ਇੱਥੇ ਉਹਨਾਂ ਕੋਲ ਉਹ ਸ਼ਾਇਦ ਵਿਜ਼ਟਰ ਵੀਜ਼ਾ ਸੀਗੇ ਜਾਂ ਸੁਪਰ ਵੀਜ਼ਾ 'ਤੇ ਹੋਣਗੇ, ਅਤੇ ਉਹਨਾਂ ਨੂੰ ਹੌਸਪੀਟਲ ਜਾਣਾ ਪਿਆ ਅਤੇ ਕਾਫੀ ਵੱਡਾ ਕਲੇਮ ਸੀ ਉਹ ਲੈਣਾ ਪਿਆ। ਅਤੇ ਕਲੇਮ ਦੇ ਦੌਰਾਨ ਇੰਸ਼ੋਰੈਂਸ ਕੰਪਨੀ ਨੇ ਉਹਨਾਂ ਨੂੰ ਕਿਹਾ ਕਿ ਪਿਛਲੇ 6 ਮਹੀਨਿਆਂ ਦੌਰਾਨ ਜਿਹੜਾ ਕੋਈ ਇਹਨਾਂ ਦਾ ਕੋਈ ਮੈਡੀਕਲ ਰਿਪੋਰਟ ਹੈ ਜੋ ਪਿਛਲੇ 6 ਮਹੀਨਿਆਂ ਦੌਰਾਨ ਤੁਸੀਂ ਕਰਵਾਈ ਸੀ ਉਹ ਸਾਨੂੰ ਦਿਓ। ਉਹ ਕਹਿੰਦੇ ਸਾਡੇ ਕੋਲ ਕੋਈ ਹੈ ਨਹੀਂ ਸੀ, ਅਸੀਂ ਨਹੀਂ ਸੀ ਕਰਵਾਈ। ਅਤੇ ਫਿਰ ਕਹਿੰਦੇ ਉਹਨਾਂ ਦਿਨਾਂ 'ਚ ਬਲਕਿ ਉਹ 6 ਮਹੀਨੇ ਤੋਂ ਪਹਿਲਾਂ ਤਾਂ ਉਹ ਇੰਡੀਆ ਸੀਗੇ, ਉੱਥੋਂ ਅਸੀਂ ਟਰਾਈ ਕੀਤਾ। ਖੈਰ ਕਾਫੀ ਉਹਨਾਂ ਦੀ ਲੰਬੀ ਚੌੜੀ ਕਹਾਣੀ ਸੀ, ਫਾਈਨਲੀ ਕੀ ਬਣਿਆ ਉਸ ਡੀਟੇਲ 'ਚ ਮੈਂ ਨਹੀਂ ਪੈਂਦਾ। ਪਰ ਜਿਹੜੀ ਪ੍ਰੋਬਲਮ ਹੈ ਕਿ ਇੰਸ਼ੋਰੈਂਸ ਦੇ ਜਿਹੜੇ ਕਲੇਮਸ ਨੇ ਉਹਨਾਂ ਨਾਲ ਸੰਬੰਧਿਤ ਇਹੋ ਜਿਹੇ ਚੈਲੰਜਸ ਹੋ ਸਕਦੇ ਨੇ ਜਿਨ੍ਹਾਂ ਬਾਰੇ ਅਸੀਂ ਅੱਜ ਗੱਲਬਾਤ ਕਰਨੀ, ਕਿਉਂਕਿ ਇਹ ਇੱਕ ਪ੍ਰੋਬਲਮ ਨਹੀਂ, ਇਹੋ ਜਿਹੀ ਪ੍ਰੋਬਲਮ ਹੋਰ ਵੀ ਬਹੁਤ ਸਾਰੇ ਦੋਸਤਾਂ ਨੂੰ ਹੋ ਸਕਦੀ ਹੈ। ਔਰ ਵੈਸੇ ਵੀ ਜਿਹੜੀ ਇੰਸ਼ੋਰੈਂਸ ਹੈ ਅਲਟੀਮੇਟਲੀ ਜਿੰਨਾ ਵੀ ਅਸੀਂ ਪੇ ਕਰਦੇ ਹਾਂ ਉਹ ਉਸ ਸਮੇਂ ਵਾਸਤੇ ਕਰਦੇ ਹਾਂ, ਰੱਬ ਨਾ ਕਰੇ ਉਹ ਆਏ ਕਿ ਜਦੋਂ ਸਾਨੂੰ ਕਲੇਮ ਲੈਣਾ ਪੈਂਦਾ। ਅਤੇ ਜੇ ਉਸ ਵੇਲੇ ਹੀ ਦਿੱਕਤ ਆ ਗਈ ਅਤੇ ਤੁਹਾਡਾ ਸਾਰਾ ਜਿਹੜਾ ਖਰਚਾ ਕਿਸੇ ਵੀ ਇੰਸ਼ੋਰੈਂਸ 'ਤੇ ਕੀਤਾ ਅਤੇ ਉਹ ਇੱਕ ਕਿਸਮ ਦਾ ਬੜੀ ਮਾਯੂਸੀ ਹੁੰਦੀ ਹੈ। ਸੋ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਕਿਹੋ ਜਿਹੇ ਇਸ਼ੂਜ਼ ਇਹਦੇ 'ਚ ਆਉਂਦੇ ਨੇ, ਕਿਹਨਾਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਪ੍ਰੋਬਲਮਸ ਤੋਂ ਬਚ ਸਕਦੇ ਹਾਂ, ਉਹਦੇ ਬਾਰੇ ਗੱਲਬਾਤ ਅਸੀਂ ਕਰਾਂਗੇ ਅੱਜ। ਅਤੇ ਇਹਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਸਿਮਰਨ ਸੈਣੀ ਨੇ, ਜਿਹੜੇ ਕਿ ਜਾਣੇ ਪਛਾਣੇ ਇੰਸ਼ੋਰੈਂਸ ਐਡਵਾਈਜ਼ਰ ਨੇ। ਸਿਮਰਨ ਜੀ, ਕੀ ਹਾਲ ਚਾਲ ਤੁਹਾਡੇ? ਬਹੁਤ ਵਧੀਆ ਜੀ। ਪਹਿਲਾਂ ਤਾਂ ਤੁਹਾਨੂੰ ਸ਼ਮੀਲ ਜੀ ਔਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਜੀ। ਅਤੇ ਪ੍ਰੋਬਲਮਸ ਮੈਂ ਇੱਕ ਪ੍ਰੋਬਲਮ ਜਿਹਦੇ ਨਾਲ ਮੈਂ ਸ਼ੁਰੂ ਕੀਤਾ ਜੀ, ਇਹੋ ਜਿਹੀਆਂ ਬਹੁਤ ਸਾਰੇ ਇਸ਼ੂਜ਼ ਹੋ ਸਕਦੇ ਨੇ ਜੀ। ਪਹਿਲਾਂ ਤਾਂ ਇੱਥੋਂ ਹੀ ਸ਼ੁਰੂ ਕਰ ਲੈਂਦੇ ਹਾਂ। ਜੇ ਹੁਣ ਕਿਸੇ ਨੂੰ ਇਸ ਤਰ੍ਹਾਂ ਕਲੇਮ ਦੀ ਨੌਬਤ ਆ ਗਈ ਹੈ ਜੀ, ਅਤੇ ਉਹ ਕਹਿ ਰਹੇ ਨੇ ਕਿ ਰਿਪੋਰਟ ਦਿਓ, ਟੈਸਟ ਤੁਸੀਂ ਨਾ ਕਰਵਾਇਆ ਹੋਵੇ, ਤੁਹਾਡੇ ਕੋਲ ਨਾ ਹੋਵੇ ਰਿਪੋਰਟ, ਅਤੇ ਐਕਚੁਅਲੀ ਤੁਹਾਨੂੰ ਅਸਲ 'ਚ ਕਰਨਾ ਕੀ ਚਾਹੀਦਾ, ਕੀ ਕਹਿਣਾ ਚਾਹੀਦਾ? ਬਹੁਤ ਵਾਰੀ ਚੀਜ਼ ਹੁੰਦੀ ਹੈ ਸ਼ਮੀਲ ਜੀ, ਜਦੋਂ ਇੱਥੇ ਤੁਹਾਡੇ ਵਿਜ਼ਿਟਰ ਆਏ ਨੇ ਜਾਂ ਪੇਰੈਂਟਸ ਆਏ ਨੇ, ਜਦੋਂ ਕਲੇਮ ਆਉਂਦਾ ਹੈ ਤਾਂ ਤੁਹਾਡੇ ਕੋਲ ਬੈਕ ਹੋਮ ਡਾਕਟਰ ਦੀ ਰਿਪੋਰਟ ਮੰਗਦੇ ਨੇ। ਸੋ ਅਗਰ ਤੇ ਤੁਹਾਡੇ ਕੋਲ ਕੋਈ ਡਾਕਟਰ ਹੈਗਾ, ਜਿਸ ਤਰ੍ਹਾਂ ਫੋਰ ਐਗਜ਼ਾਮਪਲ ਕਿਸੇ ਨੂੰ ਆਲਰੇਡੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਸੀਗੀਆਂ, ਡਾਇਬਟੀਜ਼ ਜਾਂ ਕੋਈ ਪੁਰਾਣੀਆਂ ਹਾਰਟ ਕੰਡੀਸ਼ਨ, ਤਾਂ ਉਹਨਾਂ ਦੇ ਡਾਕਟਰ ਹੁੰਦੇ ਨੇ। ਸੋ ਤੁਸੀਂ ਪ੍ਰੋਵਾਈਡ ਕਰ ਸਕਦੇ ਹੋ ਕਿ ਇਹ ਉਹਨਾਂ ਦੀ ਰਿਪੋਰਟ ਹੈਗੀ ਹੈ, ਉਹਨਾਂ ਦਾ ਤੁਸੀਂ ਰੈਕਡ ਪ੍ਰੋਵਾਈਡ ਕਰ ਸਕਦੇ ਹੋ। ਬਟ ਅਗਰ ਤੁਹਾਡਾ ਕੋਈ ਡਾਕਟਰ ਹੀ ਨਹੀਂ ਹੈਗਾ, ਮੋਸਟ ਆਫ ਦਾ ਟਾਈਮ ਸਾਡੇ ਕੋਲ ਉੱਥੇ ਕੋਈ ਫੈਮਿਲੀ ਡਾਕਟਰ ਨਹੀਂ ਹੁੰਦਾ, ਅਸੀਂ ਕਦੀ ਡਾਕਟਰ ਦੇ ਗਏ ਹੀ ਨਹੀਂ ਹੁੰਦੇ, ਸਾਨੂੰ ਪ੍ਰੋਬਲਮ ਹੀ ਨਹੀਂ ਆਈ, ਤਾਂ ਉਸ ਕੇਸ ਦੇ ਵਿੱਚ ਤੁਹਾਡੇ ਕੋਲ ਰਾਈਟ ਹੈਗਾ। ਜ਼ਰੂਰੀ ਨਹੀਂ ਹੈ ਕਿ ਤੁਸੀਂ ਮੈਡੀਕਲ ਰੈਕਡ ਦੇਣਾ ਹੀ ਦੇਣਾ, ਤੁਸੀਂ ਕੰਪਨੀ ਨੂੰ ਸਿੱਧਾ ਜਿਹੜਾ ਐਕਸਪਲੇਨੇਸ਼ਨ ਦੇ ਸਕਦੇ ਹੋ ਕਿ ਸਾਡੇ ਕੋਲ ਕੋਈ ਫੈਮਿਲੀ ਡਾਕਟਰ ਨਹੀਂ ਹੈ, ਨਾ ਉਹਨਾਂ
ਉਹਨਾਂ ਨੂੰ ਕਦੀ ਕੋਈ ਪ੍ਰੋਬਲਮ ਆਈ ਹੈ, ਨਾ ਅਸੀਂ ਕਦੀ ਡਾਕਟਰ ਦੇ ਵਿਜ਼ਿਟ ਕੀਤੇ ਆ, ਤਾਂ ਸਾਡੇ ਕੋਲ ਪੁਰਾਣਾ ਕੋਈ ਰੈਕਡ ਹੀ ਨਹੀਂ ਹੈ। ਤਾਂ ਕੰਪਨੀ ਇਹ ਨਹੀਂ ਕਹੂਗੀ ਕਿ ਨਹੀਂ ਜੀ ਅਸੀਂ ਰੈਕਡ ਤੋਂ ਬਿਨਾਂ ਕਲੇਮ ਹੀ ਨਹੀਂ ਦੇਣਾ। ਅਗਰ ਤੁਹਾਡੇ ਕੋਲ ਨਹੀਂ ਰੈਕਡ ਹੈਗਾ ਤਾਂ ਤੁਸੀਂ ਸਿੰਪਲ ਉਹਨਾਂ ਨੂੰ ਈਮੇਲ ਕਰੋਗੇ ਔਰ ਕੰਪਨੀ ਨੂੰ ਉਸ ਚੀਜ਼ ਨੂੰ ਜਿਹੜਾ ਮੰਨਣਾ ਪਏਗਾ, ਆਨਰ ਕਰਨਾ ਪਏਗਾ। ਤਾਂ ਕੋਈ ਜ਼ਰੂਰੀ ਨਹੀਂ ਹੈਗਾ ਕਿ ਇਸ ਵਜ੍ਹਾ ਕਰਕੇ ਤੁਹਾਡਾ ਜਿਹੜਾ ਕਲੇਮ ਉਹ ਅੱਗੇ ਪ੍ਰੋਸੈਸ ਨਾ ਸੋ ਕਰਨ। ਇਦਾਂ ਇਸ ਚੱਕਰ 'ਚ ਪੈਣ ਦੀ ਲੋੜ ਨਹੀਂ ਕਿ ਐਵੇਂ ਤੁਸੀਂ ਡਾਕਟਰਾਂ ਨੂੰ ਉੱਥੇ ਪੈਸੇ ਦੇ ਕੇ ਫालतू ਰਿਪੋਰਟਾਂ ਬਣਾਉਂਦੇ ਫਿਰੋ। ਨੋ, ਅਗਰ ਤੁਹਾਡਾ ਕੋਈ ਬੈਕ ਹੋਮ ਡਾਕਟਰ ਹੈ ਹੀ ਨਹੀਂ, ਤੁਹਾਡਾ ਕੋਈ ਮੈਡੀਕਲ ਰੈਕਡ ਹੀ ਨਹੀਂ ਹੈ, ਤੁਹਾਨੂੰ ਕੋਈ ਫੇਕ ਰਿਪੋਰਟਸ ਬਣਾਉਣ ਦੀ ਜ਼ਰੂਰਤ ਨਹੀਂ ਹੈਗੀ। ਸਿੰਪਲ ਈਮੇਲ ਕਰੋ ਔਰ ਕੰਪਨੀ ਨੂੰ ਉਸ ਚੀਜ਼ ਨੂੰ ਮੰਨਣਾ ਪੈਣਾ ਹੈ ਕਿ ਤੁਹਾਡਾ ਬੈਕ ਹੋਮ ਡਾਕਟਰ ਨਹੀਂ ਹੈ, ਤੁਹਾਨੂੰ ਕਦੀ ਵੀ ਕੋਈ ਪ੍ਰੋਬਲਮ ਨਹੀਂ ਆਈ, ਕਿਉਂਕਿ ਇੱਥੇ ਤਾਂ ਉਹਨਾਂ ਕੋਲ ਕੋਈ ਰੈਕਡ ਹੈ ਹੀ ਨਹੀਂ ਤੁਹਾਡਾ ਕਿ ਇੱਥੇ ਪ੍ਰੋਬਲਮ ਆਈ ਕਿ ਨਹੀਂ ਆਈ। ਅਗਰ ਆਲਰੇਡੀ ਪਰਸਨ ਨੂੰ ਇੱਥੇ 3 4 5 ਮਹੀਨੇ ਜਾਂ 6 ਮਹੀਨੇ ਹੋ ਗਏ ਨੇ ਰਹਿੰਦੇ ਆ, ਸੋ ਅਗਰ ਕਲੇਮ ਨਹੀਂ ਆਇਆ ਤਾਂ ਇਟਸ ਮੀਨ ਕਿ ਉਹ ਵੈਸੇ ਕੰਡੀਸ਼ਨ ਸਟੇਬਲ ਹੈ, ਤਾਂ ਵੈਸੇ ਵੀ ਸਟੇਬਿਲਿਟੀ ਦੇ ਅੰਡਰ ਉਹ ਆ ਰਹੇ ਨੇ, ਤਾਂ ਤੁਹਾਨੂੰ ਉਹ ਚੀਜ਼ ਪ੍ਰੋਵਾਈਡ ਕਰਨ ਦੀ ਜ਼ਰੂਰਤ ਨਹੀਂ ਹੈ। ਅੱਛਾ, ਸੋ ਇਹਦੇ ਕਰਕੇ ਕੋਈ ਕਿ ਤੁਹਾਡਾ ਕੋਈ ਕਲੇਮ ਰੁਕ ਜਾਏਗਾ, ਇਹ ਨਹੀਂ ਹੋਏਗਾ? ਬਿਲਕੁਲ ਨਹੀਂ। ਕਈ ਵਾਰੀ ਅਸੀਂ ਡਰ ਜਾਂਦੇ ਹਾਂ, ਅਸੀਂ ਕਈ ਵਾਰੀ ਡਰ ਦੇ ਵਿੱਚ ਗਲਤ ਕੰਮ ਵੀ ਕਰ ਲੈਂਦੇ, ਕਿਉਂਕਿ ਫੇਕ ਰਿਪੋਰਟ ਬਣਾ ਲਓ ਜਾਂ ਇਹ ਚੀਜ਼ਾਂ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਕਿਉਂਕਿ ਇੱਥੇ ਇੱਕ ਚੀਜ਼ ਮੈਂ ਜ਼ਰੂਰ ਕਲੀਅਰ ਕਰ ਦਿਆਂ ਕਿ ਕਲਾਇੰਟ ਇਜ਼ ਆਲਵੇਜ਼ ਰਾਈਟ। ਤੁਹਾਡੇ ਕੋਲ ਜ਼ਿਆਦਾ ਰਾਈਟ ਨੇ ਐਜ਼ ਕੰਪੇਅਰ ਟੂ ਇੰਸ਼ੋਰੈਂਸ ਕੰਪਨੀ। ਤੁਹਾਡੇ ਕੋਲ ਇਹ ਹੱਕ ਹੈਗਾ ਕਿ ਜੇ ਤੁਹਾਡੇ ਕੋਲ ਨਹੀਂ ਹੈ ਤੁਸੀਂ ਸਿੰਪਲ ਮਨਾ ਕਰ ਦਿਓ। ਉਹਨਾਂ ਨੇ ਕੋਈ ਇਹ ਨਹੀਂ ਕਹਿਣਾ ਕਿ ਨਹੀਂ ਅਸੀਂ ਤੁਹਾਨੂੰ ਕਲੇਮ ਹੀ ਨਹੀਂ ਪੇ ਕਰਨਾ, ਤੁਸੀਂ ਸਾਨੂੰ ਰੈਕਡ ਪ੍ਰੋਵਾਈਡ ਨਹੀਂ ਕੀਤਾ। ਤੁਸੀਂ ਉਹਨਾਂ ਨੂੰ ਰਿਟਨ ਐਕਸਪਲੇਨੇਸ਼ਨ ਦੇਣੀ ਹੈ। ਔਰ ਜੋ ਵੀ ਤੁਸੀਂ ਗੱਲ ਕਰਦੇ ਹੋ ਇੰਸ਼ੋਰੈਂਸ ਕੰਪਨੀ ਦੇ ਨਾਲ ਕਲੇਮ ਦੇ ਦੌਰਾਨ ਮੇਕ ਸ਼ੋਰ ਕਿ ਥਰੂ ਈਮੇਲ ਕਰਿਆ ਕਰੋ। ਸੋ ਉਹਦੇ ਨਾਲ ਇੱਕ ਤੁਹਾਡੇ ਕੋਲ ਪ੍ਰੂਫ ਹੁੰਦਾ ਹੈ ਕਿ ਤੁਹਾਡੀ ਇਹ ਗੱਲਬਾਤ ਹੋ ਰਹੀ ਹੈ, ਤੁਸੀਂ ਕੰਪਨੀ ਨੂੰ ਐਕਸਪਲੇਨੇਸ਼ਨ ਦਿੱਤੀ ਹੈਗੀ ਹੈ। ਕਈ ਵਾਰੀ ਅਸੀਂ ਸਿਰਫ ਫੋਨ ਤੇ ਗੱਲ ਕਰਦੇ ਹੈਗੇ, ਸਾਡੇ ਕੋਲ ਰਿਟਨ ਪ੍ਰੂਫ ਨਹੀਂ ਹੁੰਦੇ। ਸੋ ਮੇਕ ਸ਼ੋਰ ਕਿ ਜਿੰਨੀ ਵੀ ਗੱਲ ਕਰੋ ਉਹਨਾਂ ਨੂੰ ਰਿਟਨ 'ਚ ਈਮੇਲ ਜ਼ਰੂਰ ਕਰ ਦਿਓ, ਉਹ ਤੁਹਾਡਾ ਇੱਕ ਰੈਕਡ ਔਰ ਪ੍ਰੂਫ ਬਣਦਾ ਹੈ। ਇਹ ਤਾਂ ਮੈਂ ਇੱਕ ਐਗਜ਼ਾਮਪਲ ਸ਼ੇਅਰ ਕੀਤੀ ਹੈ। ਇਸ ਤਰ੍ਹਾਂ ਕੁਝ ਹੋਰ ਵੀ ਕਾਮਨ ਮਿਸਟੇਕਸ ਹੋਣਗੀਆਂ, ਕਾਮਨ ਇਸ਼ੂਜ਼ ਹੋਣਗੇ ਜੀ, ਜਿਹੜੇ ਜਿਹਨੂੰ ਲੈ ਕੇ ਕਨਫਿਊਜ਼ ਹੁੰਦੇ ਨੇ ਜੀ, ਜਿਹੜੇ ਮਤਲਬ ਤੁਹਾਡੇ ਕਲਾਇੰਟਸ ਜੀ, ਤੇ ਤੁਸੀਂ ਉਹ ਸ਼ੇਅਰ ਕਰ ਸਕਦੇ ਹੋ। ਐਗਜ਼ੈਕਟਲੀ, ਕਿਉਂਕਿ ਹੁੰਦਾ ਕਿ ਅਸ਼ਮੀਲ ਜਦੋਂ ਕਲੇਮ ਡਿਕਲਾਈਨ ਹੁੰਦਾ ਨਾ, ਉਹਦੇ 2 ਮੇਨ ਰੀਜ਼ਨ ਨੇ। ਇੱਕ ਹੈ ਕਿ ਮੈਡੀਕਲ ਰੀਜ਼ਨ, ਇੱਕ ਹੈ ਨਾਨ ਮੈਡੀਕਲ ਰੀਜ਼ਨ। ਇਹ ਨਹੀਂ ਹੈਗਾ ਕਿ ਕੰਪਨੀ ਵੈਸੇ ਹੀ ਕਹਿ ਦੂਗੀ ਕਿ ਅਸੀਂ ਕਲੇਮ ਨਹੀਂ ਦੇਣਾ। ਉਹਦੇ ਪਿੱਛੇ ਜਾਂ ਤਾਂ ਕੋਈ ਮੈਡੀਕਲ ਰੀਜ਼ਨ ਹੈ, ਮੈਡੀਕਲ ਰੀਜ਼ਨ ਦੇ ਵਿੱਚ ਆ ਗਿਆ ਕਿ ਤੁਸੀਂ ਕੋਈ ਚੀਜ਼ ਆਪਣੀ ਪਾਸਟ ਹਿਸਟਰੀ ਜਿਹੜੀ ਆ ਉਹ ਨਹੀਂ ਦੱਸੀ, ਕੋਈ ਤੁਹਾਡੇ ਟੈਸਟ ਹੋਏ ਸੀ, ਕੋਈ ਪ੍ਰੋਬਲਮ ਹੋਈ ਸੀ, ਉਹ ਤੁਸੀਂ ਹਾਈਡ ਕਰ ਗਏ। ਤਾਂ ਇਹ ਵਾਲੀ ਮਿਸਟੇਕ ਬਿਲਕੁਲ ਨਹੀਂ ਕਰਨੀ। ਤੁਸੀਂ ਸਮੋਕਰ ਸੀਗੇ, ਤੁਸੀਂ ਨਾਨ ਸਮੋਕਰ ਜਿਹੜਾ ਉਹ ਪਾਲਿਸੀ ਅਪਲਾਈ ਕਰ ਲਈ। ਇਹ ਚੀਜ਼ ਬਹੁਤ ਵਾਰੀ ਹੁੰਦੀ ਹੈ, ਮੈਨੂੰ ਵੀ ਖੁਦ ਵੀ ਕਈ ਵਾਰੀ ਕਲਾਇੰਟ ਦੀ ਕਾਲ ਆ ਜਾਂਦੀ ਹੈ, ਉਹ ਸਮੋਕ ਕਰਦੇ ਨੇ ਜਾਂ ਸਮ ਟਾਈਮ ਕਦੀ ਕਦਾਈ ਕੋਈ ਇਸ ਤਰ੍ਹਾਂ ਦਾ ਪ੍ਰੋਡਕਟ ਲੈਂਦੇ ਹੈਗੇ ਨੇ, ਉਹ ਕਹਿੰਦੇ ਨੇ ਕਿ ਨਾਨ ਮੈਡੀਕਲ ਟਰਾਈ ਕਰ ਦਿਓ ਕਿ ਉਹਦੇ 'ਚ ਤਾਂ ਮੈਡੀਕਲ ਨਹੀਂ ਹੋਣਾ। ਸੋ ਚਾਹੇ ਤੁਸੀਂ ਨਾਨ ਮੈਡੀਕਲ ਟਰਾਈ ਵੀ ਕਰ ਦਿਓ, ਕਿਉਂਕਿ ਤੁਹਾਡੇ ਫੈਮਿਲੀ ਡਾਕਟਰ ਕੋਲ ਝੂਠ ਬੋਲਣਾ ਮਹਿੰਗਾ ਪੈਂਦਾ, ਬਹੁਤ ਮਹਿੰਗਾ ਪੈਂਦਾ। ਹੋ ਸਕਦਾ ਹੈ 1% ਕੇਸਿਸ ਦੇ ਵਿੱਚ ਕਿ ਉਹ ਨਿਕਲ ਵੀ ਜਾਏ, ਕੰਪਨੀ ਨੂੰ ਨਹੀਂ ਪਤਾ ਲੱਗੇ, ਬਟ ਇੱਕ ਡਰ ਤੁਹਾਡੇ ਮਨ ਦੇ ਵਿੱਚ ਹਮੇਸ਼ਾ ਰਹੇਗਾ ਕਿ ਹਾਂ ਮੈਂ ਇਹ ਮਿਸਟੇਕ ਕੀਤੀ ਹੈ। ਉਸ ਤੋਂ ਇਲਾਵਾ ਅਸੀਂ ਕਈ ਵਾਰੀ ਆਪਣੀ ਫੈਮਿਲੀ ਹਿਸਟਰੀ ਨਹੀਂ ਦੱਸਦੇ। ਹੁਣ ਜਦੋਂ ਤੁਸੀਂ ਫੈਮਿਲੀ ਹਿਸਟਰੀ ਹਾਈਡ ਕਰਦੇ ਹੋ, ਮੰਨ ਲਓ ਕਿਸੇ ਦੇ ਪੇਰੈਂਟਸ ਦੀ ਕਿਸੇ ਦੀ ਡੈਥ ਹਾਰਟ ਕੰਡੀਸ਼ਨ ਕਰਕੇ ਹੋਈ ਹੈ, ਤੁਸੀਂ ਉਹ ਚੀਜ਼ ਹਾਈਡ ਕਰ ਦਿੱਤੀ, ਤੁਹਾਡਾ ਕ੍ਰਿਟੀਕਲ ਇਲਨੈਸ ਦਾ ਕਲੇਮ ਆ ਗਿਆ ਹਾਰਟ ਰਿਲੇਟਡ, ਤੁਸੀਂ ਉਹ ਚੀਜ਼ ਹਾਈਡ ਕੀਤੀ ਸੀ, ਪਰ ਜਦੋਂ ਤੁਹਾਡਾ ਮੈਡੀਕਲ ਰੈਕਡ ਪੁੱਲ ਆਊਟ ਹੋਇਆ ਕਲੇਮ ਦੇ ਟਾਈਮ ਤੇ ਤੁਹਾਡੀ ਡਾਕਟਰ ਦੀ ਫਾਈਲ ਦੇ ਵਿੱਚ ਚੀਜ਼ ਮੈਂਸ਼ਨ ਹੁੰਦੀ ਹੈ। ਸਾਨੂੰ ਬਹੁਤਿਆਂ ਨੂੰ ਇਹ ਨਹੀਂ ਪਤਾ ਕਿ ਜਦੋਂ ਅਸੀਂ ਡਾਕਟਰ ਬਣਾਉਂਦੇ ਹਾਂ ਫੈਮਿਲੀ ਡਾਕਟਰ, ਤਾਂ ਉੱਥੇ ਜਾ ਕੇ ਡਾਕਟਰ ਤੁਹਾਡੇ ਕੋਲ ਪਹਿਲਾਂ ਫੁੱਲ ਇੰਟਰਵਿਊ ਲੈਂਦੇ ਨੇ ਕਿ ਤੁਹਾਡੀ ਫੈਮਿਲੀ ਹਿਸਟਰੀ ਕੀ ਹੈ, ਮਦਰ ਫਾਦਰ ਬ੍ਰਦਰ ਸਿਸਟਰ ਕਿਸੇ ਨੂੰ ਕੋਈ ਪ੍ਰੋਬਲਮ ਹੈ, ਉਹ ਚੀਜ਼ ਉੱਥੇ ਮੈਂਸ਼ਨ ਹੈ। ਔਰ ਜਦੋਂ ਅਸੀਂ ਉਹ ਚੀਜ਼ ਇੰਸ਼ੋਰੈਂਸ ਕੰਪਨੀ ਤੋਂ ਹਾਈਡ ਕੀਤੀ ਹੈ ਤਾਂ ਡੈਫੀਨੇਟਲੀ ਕਲੇਮ ਟਾਈਮ ਤੇ ਪ੍ਰੋਬਲਮ ਆਉਣੀ ਹੈ। ਸੋ ਤੁਸੀਂ ਹਾਈਡ ਕੁਛ ਨਹੀਂ ਕਰਨਾ, ਅਪਫਰੰਟ ਸਾਰਾ ਕੁਝ ਡਿਸਕਲੋਜ਼ ਕਰ ਦਿਓ। ਉਹਦੇ ਨਾਲ ਇੰਸ਼ੋਰੈਂਸ ਤੇ ਕਈ ਵਾਰੀ 0% ਇਫੈਕਟ ਹੈ, ਕੋਈ ਇਫੈਕਟ ਨਹੀਂ ਪੈ ਰਿਹਾ। ਨਹੀਂ, ਮੇਰੇ ਖਿਆਲ ਉਹ ਇਸ ਕਰਕੇ ਵੀ ਲੋਕ ਕਈ ਵਾਰ ਝੂਠ ਬੋਲਦੇ ਹੋਣਗੇ ਕਿ ਜੇ ਅਸੀਂ ਇੱਦਾਂ ਕੁਝ ਦੱਸ ਦਿੱਤਾ ਤੇ ਸਾਨੂੰ ਮਹਿੰਗੀ ਮਿਲੇਗੀ। ਸੋ ਉਹਨਾਂ ਨੂੰ ਇਹ ਲੱਗਦਾ ਕਿ ਮਹਿੰਗੀ ਹੋ ਜੂਗੀ, ਜਾਂ ਪੇਰੈਂਟਸ ਤੇ ਇੰਡੀਆ ਨੇ, ਇੱਥੇ ਕਿਹੜਾ ਉਹਨਾਂ ਨੂੰ ਕੁਝ ਪਤਾ ਲੱਗਣਾ, ਉਹਨਾਂ ਨੇ ਕਿਹੜਾ ਇੱਥੇ ਆਉਣਾ, ਉਹ ਤਾਂ ਬੈਕ ਹੋਮ ਨੇ, ਜਾਂ ਪੇਰੈਂਟਸ ਦੀ ਤਾਂ ਡੈਥ ਹੋ ਚੁੱਕੀ ਆਲਰੇਡੀ, ਉਹਨਾਂ ਦੀ ਦੱਸਣ ਦੀ ਜ਼ਰੂਰਤ ਨਹੀਂ ਹੈ। ਅਸੀਂ ਕਈ ਵਾਰੀ ਇਨੋਸੈਂਟ ਮਿਸਟੇਕ ਵੀ ਕਰ ਦਿੰਦੇ ਹਾਂ ਕਿ ਜਿਹੜੀ ਚੀਜ਼ ਬਾਰੇ ਪਤਾ ਨਹੀਂ ਹੁੰਦਾ ਅਸੀਂ ਉਹ ਦੱਸਦੇ ਹੀ ਨਹੀਂ ਹੈਗੇ। ਇੱਕ ਵਾਰੀ ਮੈਨੂੰ ਇੱਕ ਕਾਲ ਆਈ, ਮੈਨੂੰ ਵੀਰ ਜੀ ਕਹਿੰਦੇ ਜੀ ਮੈਂ ਜੀ ਯੂਰਿਨ ਸੈਂਪਲ ਆਪਣੇ ਬ੍ਰਦਰ ਦਾ ਦੇ ਦਿੱਤਾ ਸੀਗਾ ਜਦੋਂ ਮੇਰਾ ਯੂਰਿਨ ਸੈਂਪਲ ਲੈਣਾ ਹੈ, ਕਿਉਂਕਿ ਮੈਂ ਕੋਈ ਪ੍ਰੋਡਕਟ ਲੈਣਾ ਜਿਹੜੇ ਦੂਸਰੇ ਸਮੋਕਿੰਗ ਰਿਲੇਟਡ। ਤਾਂ ਹੁਣ ਉਹ ਕਹਿੰਦੇ ਸੀ ਕਿ ਮੇਰਾ ਜੇ ਕਲੇਮ ਆਇਆ ਤਾਂ ਫਿਰ ਹੁਣ ਡਰ ਤੇ ਹੈ ਮਨ ਦੇ ਵਿੱਚ ਕਿ ਮੈਂ ਉਹ ਚੀਜ਼ ਜਿਹੜੀ ਹੈ ਗਲਤ ਕੀਤੀ ਹੈ, ਕਿ ਮੈਂ ਯੂਰਿਨ ਸੈਂਪਲ ਕਿਸੇ ਹੋਰ ਦਾ ਦਿੱਤਾ ਆਪਣੀ ਜਗ੍ਹਾ। ਸੋ ਇਹ ਜਿਹੜੀਆਂ ਗਲਤੀਆਂ ਅਸੀਂ ਕਰਦੇ ਹਾਂ ਬਿਲਕੁਲ ਨਾ ਕਰੋ, ਕਿਉਂਕਿ ਕੱਲ੍ਹ ਨੂੰ ਪ੍ਰੋਬਲਮ ਜਾ ਕੇ ਸਾਨੂੰ ਹੀ ਆਉਣੀ ਹੈ। ਚਾਹੇ ਮਾਈਨਰ ਹੈ ਮੇਜਰ ਹੈ, ਉਹ ਡਿਸਕਲੋਜ਼ ਕਰ ਦਿਓ, ਕਿਉਂਕਿ ਸਭ ਤੋਂ ਵੱਡਾ ਰੀਜ਼ਨ ਜਿਹੜਾ ਹੈਗਾ ਉਹ ਹੁੰਦਾ ਮਿਸਰਿਪ੍ਰੈਜ਼ੈਂਟੇਸ਼ਨ। ਔਰ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਜ਼ ਨੇ, ਜੇ ਮੈਂ ਕਲੇਮ ਰੇਸ਼ੋ ਦੀ ਗੱਲ ਕਰਾਂ 87 to 94% ਐਵਰੇਜ ਹੈ।
ਤੋ ਇਟਸ ਮੀਨ ਕਿ 87 ਤੋਂ ਲੈ ਕੇ 94% ਤੱਕ ਕਲੇਮ ਪੇ ਹੋ ਰਹੇ ਨੇ। ਹੁਣ ਜਿਹੜਾ 10% ਦੀ ਵਿੰਡੋ ਹੈਗੀ ਹੈ 8 to 10% ਦੀ, ਉਹ ਰੀਜ਼ਨ ਇਹੀ ਹੁੰਦੇ ਨੇ ਮਿਸਰਿਪ੍ਰੈਜ਼ੈਂਟੇਸ਼ਨ, ਚਾਹੇ ਉਹ ਮੈਡੀਕਲ ਰੀਜ਼ਨ ਨੇ, ਦੂਸਰਾ ਨਾਨ ਮੈਡੀਕਲ ਰੀਜ਼ਨ। ਹੁਣ ਬਹੁਤ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਸ਼ਮੀਲ ਜੀ ਕਿ ਨਾਨ ਮੈਡੀਕਲ ਰੀਜ਼ਨ ਵੀ ਸਾਡੀ ਪਾਲਿਸੀ ਡਿਕਲਾਈਨ ਹੋਣ ਦਾ ਕਾਰਨ ਹੋ ਸਕਦੇ ਨੇ, ਜਾਂ ਸਾਡਾ ਕਲੇਮ ਡਿਕਲਾਈਨ ਹੋਣ ਦਾ ਕਾਰਨ ਹੋ ਸਕਦੇ ਨੇ। ਰੀਜ਼ਨ ਹੁੰਦੇ ਆ ਜਿਸ ਤਰ੍ਹਾਂ ਡਰਿੰਕ ਐਂਡ ਡਰਾਈਵਿੰਗ ਦੇ ਚਾਰਜਿਸ, ਤੁਹਾਨੂੰ ਮੋਰ ਦੈਨ 4 or 5 ਟਿਕਟਸ ਮਿਲੀਆਂ ਨੇ, ਲਾਇਸੈਂਸ ਸਸਪੈਂਡ ਹੋਇਆ ਤੁਹਾਡਾ, ਤੁਸੀਂ ਬੈਂਕਰਪਸੀ ਕੀਤੀ ਹੈ, ਤੁਹਾਡੇ ਉੱਪਰ ਕ੍ਰਿਮੀਨਲ ਚਾਰਜਿਸ ਲੱਗੇ ਨੇ, ਤੁਹਾਡੇ ਉੱਪਰ ਇਹ ਕਿਵੇਂ ਕਨੈਕਟ ਕਰਦੇ ਉਹਦੇ ਨਾਲ? ਇਹ ਤੁਹਾਡੀਆਂ ਲਾਈਫ ਹੈਬਿਟਸ ਨੇ। ਅੱਛਾ, ਕਿ ਬੰਦੇ ਦੀ ਲਾਈਫ ਸਟਾਈਲ ਕਿਸ ਤਰ੍ਹਾਂ ਦਾ ਹੈ। ਸੋ ਕਿਸੇ ਤੇ ਡੋਮੈਸਟਿਕ ਵਾਇਲੈਂਸ ਦੇ ਚਾਰਜਿਸ ਲੱਗੇ ਨੇ, ਔਰ ਇਸ ਤੋਂ ਇਲਾਵਾ ਜੇ ਕੋਈ ਬੰਦਾ ਸਕੂਬਾ ਡਾਈਵਿੰਗ ਐਂਡ ਉਹਨਾਂ ਨੂੰ ਇਸ ਤਰ੍ਹਾਂ ਦੇ ਡੇਂਜਰਸ ਸਪੋਰਟਸ ਦਾ ਸ਼ੌਂਕ ਹੈ ਜਾਂ ਰੇਸਿੰਗ ਦਾ ਸ਼ੌਂਕ ਹੈਗਾ। ਨਹੀਂ, ਇਹਦੇ ਚ ਕਿਹੜੇ ਕਲੇਮ, ਲਾਈਫ ਇੰਸ਼ੋਰੈਂਸ ਦੇ ਕਲੇਮ ਜਾਂ ਕ੍ਰਿਟੀਕਲ ਦੇ ਜਾਂ ਕਿਸ ਚੀਜ਼ ਦੇ ਕੋਈ ਵੀ ਕਲੇਮ ਡਿਕਲਾਈਨ ਹੋ ਸਕਦਾ, ਕਿਉਂਕਿ ਹੁਣ ਫੋਰ ਐਗਜ਼ਾਮਪਲ ਅਗਰ ਕੋਈ ਬੰਦਾ ਹੈ ਉਹਦੇ ਉੱਪਰ ਆਲਰੇਡੀ ਡਰਾਈਵਿੰਗ ਰੈਕਡ ਹੀ ਲਗਾ ਲਓ, ਉਹਨੂੰ ਕਾਫੀ ਸਾਰੀਆਂ ਟਿਕਟ ਮਿਲੀਆਂ ਸਪੀਡਿੰਗ ਦੀਆਂ ਜਾਂ ਲਾਇਸੈਂਸ ਸਸਪੈਂਸ਼ਨ ਦੀਆਂ, ਉਸਨੇ ਡਿਸਕਲੋਜ਼ ਨਹੀਂ ਕੀਤਾ। ਹੁਣ ਉਸ ਬੰਦੇ ਦਾ ਐਕਸੀਡੈਂਟ ਹੋ ਗਿਆ, ਮਤਲਬ ਜੇ ਡਿਸਕਲੋਜ਼ ਉਹਨੂੰ ਟਿਕਟ ਮਿਲੀ ਪਰ ਉਹਨੇ ਡਿਸਕਲੋਜ਼ ਨਹੀਂ ਕੀਤੀ, ਝੂਠ ਬੋਲਿਆ ਬੇਸਿਕਲੀ। ਹਾਂ, ਡਿਸਕਲੋਜ਼ ਨਹੀਂ ਕੀਤਾ। ਸੋ ਅਸੀਂ ਗੱਲ ਕਰ ਰਹੇ ਕਿ ਕਲੇਮ ਅਗਰ ਡਿਸਕਲੋਜ਼ ਕੀਤਾ ਦੈਟਸ ਫਾਈਨ। ਹੋ ਸਕਦਾ ਕਿ ਕੰਪਨੀ ਜਿਹੜੀ ਹੈ ਉਹ ਥੋੜੀ ਬਹੁਤੀ ਰੇਟਿੰਗ ਕਰਕੇ ਉਹਨਾਂ ਨੂੰ ਪਾਲਿਸੀ ਦੇ ਦੇ, ਜਾਂ ਉਹਨਾਂ ਨੂੰ ਕਹੇ ਕਿ ਓਕੇ ਠੀਕ ਹੈ ਅਸੀਂ ਤੁਹਾਨੂੰ ਪਾਲਿਸੀ ਨਹੀਂ ਦੇ ਸਕਦੇ। ਹੁਣ ਉਸ ਬੰਦੇ ਦਾ ਫੋਰ ਐਗਜ਼ਾਮਪਲ ਕ੍ਰਿਟੀਕਲ ਇਲਨੈਸ ਦਾ ਹੀ ਕਲੇਮ ਆ ਗਿਆ, ਐਕਸੀਡੈਂਟ ਦੇ ਵਿੱਚ ਕੋਈ ਬੋਡੀ ਪਾਰਟ ਲਾਸ ਹੋ ਗਿਆ, ਤਾਂ ਉਹ ਕਲੇਮ ਡਿਕਲਾਈਨ ਹੋਣਾ ਹੀ ਹੋਣਾ, ਕਿਉਂਕਿ ਆਲਰੇਡੀ ਉਹਨਾਂ ਦੇ ਡਰਾਈਵਿੰਗ ਰੈਕਡ ਦੇ ਉੱਪਰ ਜਿਹੜਾ ਉਹ ਚੀਜ਼ਾਂ ਚੜੀਆਂ ਨੇ, ਖਰਾਬ ਹੈ, ਡਰਾਈਵਿੰਗ ਉਹਦੀ ਸਹੀ ਨਹੀਂ ਹੈ ਤੇ ਉਹਨੇ ਝੂਠ ਬੋਲਿਆ ਹੋਇਆ। ਸੋ ਦੂਸਰਾ ਹੁਣ ਜਿਹੜੇ ਕ੍ਰਿਮੀਨਲ ਚਾਰਜਿਸ ਜਿਹਦੇ 'ਚ ਡੋਮੈਸਟਿਕ ਵਾਇਲੈਂਸ ਵੀ ਆ ਜਾਂਦੀ ਹੈ, ਉਹਨਾਂ ਨੂੰ ਕੰਪਨੀ ਜਿਹੜੀ ਹੈਗੀ ਜਿੰਨੀ ਦੇਰ ਤੱਕ ਚਾਰਜਿਸ ਕਲੀਅਰ ਨਹੀਂ ਹੁੰਦੇ ਇੰਸ਼ੋਰੈਂਸ ਹੀ ਨਹੀਂ ਦਿੰਦੀ। 5 ਈਅਰ ਦਾ ਕੁਐਸਚਨ ਆ ਜਾਂਦਾ, ਕਈ ਕੰਪਨੀਜ਼ 10 ਈਅਰ ਦਾ ਕੁਐਸਚਨ ਪੁੱਛਦੀ ਹੈ। ਔਰ ਸਾਨੂੰ ਜਿਸ ਤੇ ਡੋਮੈਸਟਿਕ ਵਾਇਲੈਂਸ ਦੇ ਚਾਰਜਸ ਲੱਗੇ ਨੇ ਉਹਨਾਂ ਨੂੰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਨਹੀਂ, ਉਹਦੇ ਉੱਪਰ ਉਹਨਾਂ ਨੂੰ ਵੇਟ ਕਰਨੀ ਪੈਂਦੀ ਜਦੋਂ ਤੱਕ ਕਲੀਅਰ ਨਹੀਂ ਹੋਏ। ਜੇ ਕਲੀਅਰ ਹੁੰਦੇ ਨੇ ਫਿਰ ਪਾਲਿਸੀ ਮਿਲਦੀ ਹੈ, ਔਰ ਇਹ ਚੀਜ਼ਾਂ ਨੂੰ ਕਈ ਵਾਰੀ ਅਸੀਂ ਡਿਸਕਲੋਜ਼ ਨਹੀਂ ਕਰਦੇ। ਸੋ ਉੱਥੇ ਫਿਰ ਸਾਨੂੰ ਜਿਹੜੀਆਂ ਹੈ ਡਿਫਰੈਂਟ ਆਪਸ਼ਨ ਚੂਜ਼ ਕਰਨੀਆਂ ਪੈਂਦੀਆਂ ਨੇ। ਸੋ ਇਹ ਚੀਜ਼ਾਂ ਸਾਨੂੰ ਲੱਗਦੀਆਂ ਕਿ ਲਾਈਫ ਇੰਸ਼ੋਰੈਂਸ ਜਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਇਫੈਕਟ ਨਹੀਂ ਕਰਦੀਆਂ, ਪਰ ਤੁਹਾਡੀਆਂ ਲਾਈਫ ਹੈਬਿਟਸ ਬਹੁਤ ਇਫੈਕਟ ਕਰਦੀਆਂ ਨੇ। ਸੋ ਇਹਨਾਂ ਚੀਜ਼ਾਂ ਨੂੰ ਡਿਸਕਲੋਜ਼ ਕਰੋ। ਇੰਟਰਸਟਿੰਗ ਇਨਫੋਰਮੇਸ਼ਨ ਹੈ ਜੀ, ਗੱਲਬਾਤ ਅਸੀਂ ਜਾਰੀ ਰੱਖਾਂਗੇ। ਤੇ ਇਹੋ ਜਿਹੀਆਂ ਚੀਜ਼ਾਂ ਨੇ ਕਈ ਵਾਰ ਸਾਨੂੰ ਅਸੀਂ ਬਿਲਕੁਲ ਨਹੀਂ ਨਾ ਬਾਰੇ ਸੋਚਦੇ। ਸਿਮਰਨ ਜੀ, ਕਾਫੀ ਤੁਸੀਂ ਗੱਲਾਂ ਦੱਸੀਆਂ, ਮੇਰੇ ਕੋਲ ਕੁਝ ਮੈਸੇजेस ਵੀ ਆਏ ਨੇ, ਪਰ ਪਹਿਲਾਂ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਨਾਨ ਮੈਡੀਕਲ ਜਿਹੜੇ ਰੀਜ਼ਨ ਜੀ ਜਿਹੜੇ ਟਰਬਲ ਕ੍ਰੀਏਟ ਕਰ ਸਕਦੇ ਜੇ ਤੁਸੀਂ ਉਹਨਾਂ ਬਾਰੇ ਝੂਠ ਬੋਲਿਆ ਹੋਵੇ, ਥੋੜਾ ਜਿਹਾ ਹੋਰ ਐਕਸਪਲੇਨ ਕਰੋ। ਵੀ ਜਿਵੇਂ ਇਹ ਤਾਂ ਮੈਨੂੰ ਸਮਝ ਆ ਗਿਆ ਕਿ ਜੇ ਤੁਹਾਡਾ ਡਰਾਈਵਿੰਗ ਹੈਬਿਟਸ ਮਾੜੀਆਂ ਨੇ ਜੀ ਤੇ ਉਹਦੇ ਨਾਲ ਤੁਹਾਡਾ ਐਕਸੀਡੈਂਟ ਹੋ ਜਾਂਦਾ, ਜੇ ਕੋਈ ਡਿਸੇਬਿਲਿਟੀ ਕਲੇਮ ਹੈ ਉਹ ਤੇ ਇਫੈਕਟ ਹੋ ਸਕਦਾ, ਜਾਂ ਲਾਈਫ ਇੰਸ਼ੋਰੈਂਸ ਤੇ ਵੀ ਹੋ ਸਕਦਾ। ਬਾਕੀ ਜਿਹੜੀ ਜਿਵੇਂ ਤੁਸੀਂ ਦੱਸਿਆ ਡੋਮੈਸਟਿਕ ਵਾਇਲੈਂਸ ਦਾ ਮਾਮਲਾ ਹੈ, ਹੋਰ ਕੀ ਦੱਸ ਰਹੇ ਤੁਸੀਂ? ਕ੍ਰਿਮੀਨਲ ਚਾਰਜਿਸ ਹੈ, ਜਾਂ ਤੁਸੀਂ ਕੋਈ ਬੈਂਕਰਪਸੀ ਕੀਤੀ ਹੈ। ਬੈਂਕਰਪਸੀ ਨਾਲ ਥੋੜਾ ਕਨੈਕਟ ਕਰੋ ਕਿਵੇਂ? ਬੈਂਕਰਪਸੀ ਦੇ ਵਿੱਚ ਜਿਹੜੀਆਂ ਕੰਪਨੀਜ਼ ਨੇ ਮੋਸਟਲੀ ਇੰਸ਼ੋਰੈਂਸ ਪਾਲਿਸੀ 5 ਈਅਰ ਦਾ ਕੁਐਸਚਨ ਹੈ, ਅਗਰ ਤਾਂ ਕਲੀਅਰ ਹੋ ਗਈ ਤਾਂ ਤੁਹਾਨੂੰ ਜਿਹੜੀ ਹੈ ਪਾਲਿਸੀ ਦੇ ਦੇਣਗੇ। ਅਗਰ ਨਹੀਂ ਕਲੀਅਰ ਹੋਈ ਉਹਦੇ ਲਈ ਡਿਟੇਲ ਡਿਸਕ੍ਰਿਪਸ਼ਨ ਦੇਣੀ ਪੈਣੀ ਹੈ ਕਿ ਤੁਸੀਂ ਬੈਂਕਰਪਸੀ ਕੀਤੀ ਕਿਉਂ, ਕੀ ਰੀਜ਼ਨ ਸੀਗਾ। ਅਗਰ ਉਹਨਾਂ ਨੂੰ ਲੱਗਦਾ ਹੈ ਕਿ ਠੀਕ ਹੈ ਜੈਨੂਅਨ ਕੇਸ ਹੈ ਤਾਂ ਤੁਹਾਨੂੰ ਇੰਸ਼ੋਰੈਂਸ ਪਾਲਿਸੀ ਦੇ ਸਕਦੇ ਨੇ, ਅਦਰਵਾਈਜ਼ ਉਹ ਪੋਸਟਪੋਨ ਕਰ ਦੇਣਗੇ ਕਿ ਅਸੀਂ ਤੁਹਾਨੂੰ ਇੰਸ਼ੋਰੈਂਸ ਨਹੀਂ ਦੇਣੀ। ਸੋ ਮਤਲਬ ਬੈਂਕਰਪਸੀ ਇੰਨੀ ਦੂਰ ਤੱਕ ਪਿੱਛਾ ਕਰਦੀ ਤੁਹਾਡਾ ਬਹੁਤ ਕਿ ਤੁਹਾਨੂੰ ਇੰਸ਼ੋਰੈਂਸ ਵੀ ਕੰਪਨੀ ਇੰਸ਼ੋਰੈਂਸ ਨਹੀਂ ਦੇਗੀ, ਕਿਉਂਕਿ ਹੁਣ ਕਈ ਮਨੀ ਬੈਕ ਪਾਲਿਸੀਜ਼ ਨੇ ਤਾਂ ਕੰਪਨੀ ਨੇ ਆਪਣੀ ਸੇਫ ਸਾਈਡ ਦੇਖਣੀ ਹੈ ਕਿ ਇਸ ਪਰਸਨ ਦੀ ਜਿਹੜੀ ਕ੍ਰੈਡਿਟ ਹਿਸਟਰੀ ਉਹ ਮਾੜੀ ਹੈ, ਤਾਂ ਇਸ ਕਰਕੇ ਉੱਥੇ ਕਈ ਵਾਰੀ ਜਿਹੜੀ ਹੈ ਆਪਾਂ ਨੂੰ ਪ੍ਰੋਬਲਮ ਆ ਜਾਂਦੀ ਹੈ। ਸੋ ਇਹ ਚੀਜ਼ ਵੀ ਡਿਸਕਲੋਜ਼ ਕਰਨੀ ਜ਼ਰੂਰੀ ਹੈ। ਇਸ ਤੋਂ ਇਲਾਵਾ ਅਗਰ ਕੋਈ ਪਾਸ ਦੇ ਵਿੱਚ ਤੁਸੀਂ ਅਲਕੋਹਲ ਜ਼ਿਆਦਾ ਲੈਂਦੇ ਸੀਗੇ, ਹੁਣ ਇਹ ਕੁਐਸਚਨ ਬੜਾ ਟ੍ਰਿਕੀ ਹੈ। ਅਗਰ ਤੇ ਅਲਕੋਹਲ ਅਸੀਂ ਲੈਂਦੇ ਹਾਂ, ਠੀਕ ਹੈ, ਅਸੀਂ ਕਹਿ ਦਿੱਤਾ ਅਸੀਂ ਓਕੇਜਨਲੀ ਡਰਿੰਕ ਕਰਦੇ ਹਾਂ, ਬਟ ਅਗਰ ਕਦੀ ਵੀ ਤੁਹਾਡੇ ਹੈਲਥ ਰੈਕਡ ਦੇ ਵਿੱਚ ਇਹ ਚੀਜ਼ ਹੈ ਕਿ ਡਾਕਟਰ ਨੇ ਤੁਹਾਨੂੰ ਆਪਣੀ ਅਲਕੋਹਲ ਘੱਟ ਕਰਨ ਨੂੰ ਕਿਹਾ ਐਨੀ ਟਾਈਮ, ਕਿ ਡਾਕਟਰ ਨੇ ਕਿਹਾ ਸੀ ਓਕੇ ਤੁਸੀਂ ਡਰਿੰਕ ਕਰਨਾ ਘੱਟ ਕਰ ਦਿਓ, ਉਹ ਚੀਜ਼ ਨੂੰ ਤੁਹਾਨੂੰ ਮੈਂਸ਼ਨ ਕਰਨਾ ਪੈਣਾ ਹੈ। ਇਟਸ ਮੀਨ ਕਿ ਤੁਸੀਂ ਜ਼ਿਆਦਾ ਅਲਕੋਹਲ ਲੈ ਰਹੇ ਹੋ, ਤੁਹਾਨੂੰ ਡਾਕਟਰ ਨੇ ਐਡਵਾਈਸ ਕੀਤਾ ਹੈ, ਇਹ ਚੀਜ਼ ਤੁਹਾਡੇ ਹੈਲਥ ਰੈਕਡ ਦੇ ਉੱਤੇ ਚੜ੍ਹ ਗਈ ਹੈ, ਔਰ ਇਸ ਚੀਜ਼ ਨੂੰ ਅਗਰ ਤੁਸੀਂ ਡਿਸਕਲੋਜ਼ ਨਹੀਂ ਕੀਤਾ ਦੈਨ ਅਗੇਨ ਪ੍ਰੋਬਲਮ ਹੈ। ਕੱਲ੍ਹ ਨੂੰ ਕੋਈ ਲੀਵਰ ਰਿਲੇਟਡ ਪ੍ਰੋਬਲਮ ਆਉਂਦੀ ਹੈ ਜਾਂ ਕੋਈ ਇਸ ਤਰ੍ਹਾਂ ਦੀ, ਦੈਨ ਕ੍ਰਿਟੀਕਲ ਇਲਨੈਸ ਦੇ ਕਲੇਮ 'ਚ ਪ੍ਰੋਬਲਮ ਆ ਸਕਦੀ ਹੈ। ਸੋ ਜਿਹੜੀਆਂ ਡਰੱਗ ਰਿਲੇਟਡ, ਅਲਕੋਹਲ ਰਿਲੇਟਡ ਸਾਡੀਆਂ ਹੈਬਿਟਸ ਨੇ, ਇਹ ਤਾਂ ਡੈਫੀਨੇਟਲੀ 110% ਤੁਹਾਡੀ ਇੰਸ਼ੋਰੈਂਸ 'ਤੇ ਇਫੈਕਟ ਪਾਉਂਦੀਆਂ ਨੇ, ਔਰ ਵੱਡਾ ਇੰਪੈਕਟ ਪਾਉਂਦੀਆਂ ਨੇ, ਕਾਫੀ ਵੱਡਾ। ਅੱਛਾ, ਕਾਰਤਿਕ ਇਹ ਪੁੱਛ ਰਿਹਾ ਕਿ ਜੇ ਬੰਦਾ ਮੰਨ ਲਿਆ ਵੀ ਕੋਈ ਡਿਸਕਲੋਜ਼ ਨਹੀਂ ਕਰ ਰਿਹਾ, ਕਿ ਇੰਸ਼ੋਰੈਂਸ ਕੰਪਨੀ ਜੀ ਨਹੀਂ ਆਪ ਚੈੱਕ ਕਰਦੀਆਂ? ਇੰਸ਼ੋਰੈਂਸ ਕੰਪਨੀ ਸਿਰਫ ਤੁਹਾਡਾ ਮੈਡੀਕਲ ਰੈਕਡ ਦੇਖਦੀ ਹੈ। ਅਗਰ ਤੇ ਉਹਨਾਂ ਨੇ ਬਲੱਡ ਵਰਕ ਲੈ ਲਿਆ, ਮੋਸਟਲੀ ਉਹ ਤੁਹਾਡੇ ਵਰਡਸ ਤੇ ਜਾਂਦੇ ਨੇ ਕਿ ਤੁਸੀਂ ਕੀ ਆਨਸਰ ਦਿੱਤਾ ਹੈ, ਤੁਹਾਡੇ MIB ਕੋਡ ਸੈੱਟ ਕਰਦੇ ਨੇ। ਅਗਰ ਉਹਨੂੰ ਡਾਊਟ ਲੱਗਦਾ ਹੈ ਤਾਂ ਤੁਹਾਡਾ ਫੁੱਲ ਮੈਡੀਕਲ ਰੈਕਡ ਪਿਛਲਾ ਮੰਗਾ ਲੈਂਦੇ ਨੇ, ਬਟ ਡਰਾਈਵਿੰਗ ਰੈਕਡ ਹੋ ਗਿਆ, ਤੁਹਾਡੀ ਕ੍ਰੈਡਿਟ ਹਿਸਟਰੀ, ਇਹਨਾਂ ਚੀਜ਼ਾਂ ਨੂੰ ਉਹ ਚੈੱਕ ਨਹੀਂ ਕਰਦੇ ਐਜ਼ ਲੌਂਗ ਐਜ਼ ਤੁਸੀਂ ਕੁਝ ਡਿਸਕਲੋਜ਼ ਨਹੀਂ ਕਰ ਰਹੇ। ਅਦਰਵਾਈਜ਼ ਉਹਨਾਂ ਨੇ ਉਸ ਚੀਜ਼ ਨੂੰ ਨਹੀਂ ਦੇਖਣਾ ਹੈਗਾ। ਉਹ 100% ਕਲਾਇੰਟ ਦੀ ਰਿਸਪੌਂਸਿਬਿਲਿਟੀ
ਪੋਸਿਬਿਲਿਟੀ ਹੈ ਕਿ ਤੁਸੀਂ ਡਿਸਕਲੋਜ਼ ਕਰ ਰਹੇ ਹੋ ਜਾਂ ਨਹੀਂ ਕਰ ਰਹੇ। ਸੋ ਜਦੋਂ ਵੀ ਅਸੀਂ ਐਪਲੀਕੇਸ਼ਨ ਕਰਦੇ ਹਾਂ ਤਾਂ ਮੋਸਟਲੀ ਮੈਂ ਹਮੇਸ਼ਾ ਇਹ ਕੁਐਸਚਨ ਪੁੱਛਦੀ ਹਾਂ, ਡਰਾਈਵਿੰਗ ਰੈਕਡ ਰਿਲੇਟਡ, ਕ੍ਰਿਮੀਨਲ ਚਾਰजेस ਰਿਲੇਟਡ, ਤੁਹਾਡੀ ਜਿਹੜੀ ਹੈ ਕ੍ਰੈਡਿਟ ਹਿਸਟਰੀ ਰਿਲੇਟਡ। ਸੋ ਇਹ ਕੁਐਸਚਨ ਅਸੀਂ ਪੁੱਛਦੇ ਹਾਂ। ਸੋ ਉੱਥੇ ਅਗਰ ਕਲਾਇੰਟ ਦੱਸ ਦਿੰਦਾ ਹੈ ਕਿ ਮੇਰੀ ਇਹ ਚੀਜ਼ ਹੈਗੀ ਹੈ, ਇੱਦਾਂ ਦਾ ਡਿਸਕਲੋਜ਼ ਕਰ ਦਿੰਦੇ ਨੇ, ਦੈਨ ਡੈਫੀਨੇਟਲੀ ਇੰਸ਼ੋਰੈਂਸ ਕੰਪਨੀ ਚੈੱਕ ਕਰੋ। ਫੈਸਲ ਇਹੀ ਕਹਿ ਰਹੇ ਨੇ ਕਿ ਜੀ ਜਿਹੜੇ ਇੰਸ਼ੋਰੈਂਸ ਏਜੰਟ ਨੇ ਉਹ ਇਹ ਚੀਜ਼ਾਂ ਦੱਸਦੇ ਨਹੀਂ ਸਾਨੂੰ। ਮੈਂ ਸਾਰਿਆਂ ਦੀ ਗਰੰਟੀ ਨਹੀਂ ਲੈ ਸਕਦੀ, ਬਟ ਡੈਫੀਨੇਟਲੀ ਮੈਂ ਇਹ ਕੁਐਸਚਨ ਜ਼ਰੂਰ ਪੁੱਛਦੀ ਹੈਗੀ ਹਾਂ ਕਿ ਇਹ ਚੀਜ਼ਾਂ ਅਗਰ ਹੈਗੀਆਂ ਨੇ ਦੈਨ ਡਿਸਕਲੋਜ਼ ਕਰੋ। ਅੱਛਾ, ਰਾਜਾ ਕਹਿ ਰਹੇ ਨੇ ਕਿ ਅਗਰ ਕੋਈ ਪਰਸਨ ਆਊਟ ਆਫ ਕੰਟਰੀ ਹੋਏ ਤੇ ਉਹ ਕ੍ਰਿਟੀਕਲ ਇਲਨੈਸ ਕਲੇਮ ਕਰ ਸਕਦਾ ਹੈ ਜੀ। ਐਂਡ ਵਾਟ ਆਰ ਦਾ ਇੰਸ਼ੋਰੈਂਸ ਕੰਪਨੀਜ਼ ਰਿਕੁਆਇਰਮੈਂਟਸ? ਜੀ ਬਿਲਕੁਲ, ਅਗਰ ਤੁਸੀਂ ਵਰਲਡ ਵਾਈਡ ਕਿਤੇ ਵੀ ਕੋਈ ਕ੍ਰਿਟੀਕਲ ਪ੍ਰੋਬਲਮ ਆ ਗਈ, ਤੁਹਾਡੇ ਕੋਲ ਇੰਸ਼ੋਰੈਂਸ ਹੈਗੀ ਹੈ ਤਾਂ ਉਸ ਟਾਈਮ ਤੇ ਕੰਪਨੀ ਤੁਹਾਡਾ ਮੈਡੀਕਲ ਰੈਕਡ ਮੰਗੇਗੀ। ਸੋ ਜਿਹੜੇ ਵੀ ਹਸਪੀਟਲ ਜਾਂ ਜਿਹੜੇ ਵੀ ਡਾਕਟਰ ਤੋਂ ਤੁਹਾਡਾ ਉੱਥੇ ਟ੍ਰੀਟਮੈਂਟ ਹੋਇਆ, ਤੁਹਾਨੂੰ ਉਹ ਫੁੱਲ ਰੈਕਡ ਜਿਹੜਾ ਕੰਪਨੀ ਨੂੰ ਲਿਆ ਕੇ ਪ੍ਰੋਵਾਈਡ ਕਰਨਾ ਪਏਗਾ। ਦੈਨ ਉਹ ਕੰਪਨੀ ਉਸ ਚੀਜ਼ ਨੂੰ ਆਨਰ ਕਰੇਗੀ, ਬਟ ਮੇਕ ਸ਼ੋਰ ਕਿ ਉਹ ਡਾਕਟਰ ਜਿਹੜੇ ਨੇ ਉਹ ਰਿਕੋਗਨਾਈਜ਼ਡ ਹੋਣ। ਇਹ ਨਹੀਂ ਹੈਗਾ ਕਿ ਅਸੀਂ ਕਿਸੇ ਵੀ ਡਾਕਟਰ ਤੋਂ ਜਿਹੜਾ ਚੱਕ ਕੇ ਰੈਕਡ ਦੇ ਸਕਦੇ ਹਾਂ ਅੱਛੇ ਹਸਪੀਟਲ ਤੋਂ। ਸੋ ਤੁਹਾਡਾ ਰੈਕਡ ਅਗਰ ਸਾਰਾ ਕੁਝ ਓਕੇ ਹੈ, ਤੁਸੀਂ ਪ੍ਰੋਵਾਈਡ ਕਰ ਦਿੱਤਾ, ਦੈਨ ਕੰਪਨੀ ਕਲੇਮ ਆਨਰ ਕਰੇਗੀ। ਓਕੇ, ਬੌਬੀ ਅੱਗੇ ਪੁੱਛ ਰਹੇ ਨੇ ਕਿ ਵਾਟ ਇਫ ਯੋਰ ਇੰਸ਼ੋਰੈਂਸ ਏਜੰਟ ਮੈਨੀਪੂਲੇਟਸ ਯੋਰ ਮੈਡੀਕਲ ਆਨਸਰਸ ਡਿਊਰਿੰਗ ਯੋਰ ਐਪਲੀਕੇਸ਼ਨ ਵਿਦਾਊਟ ਲੈਟਿੰਗ ਯੂ ਨੋ ਟੂ ਗੈਟ ਯੂ ਕੰਪੈਟੀਟਿਵ ਰੇਟਸ? ਇਜ਼ ਦੇयर ਐਨੀ ਵੇ ਯੂ ਕੈਨ ਰਿਵਿਊ ਯੋਰ ਫਾਰਮਸ ਯੂ ਸਬਮਿਟ? ਵੈਰੀ ਗੁੱਡ ਕੁਐਸਚਨ। ਸੋ ਇਹ ਚੀਜ਼ ਜਦੋਂ ਤੁਸੀਂ ਐਪਲੀਕੇਸ਼ਨ ਕਰਦੇ ਹੋ ਤਾਂ ਤੁਹਾਨੂੰ ਨਹੀਂ ਪਤਾ ਕਿ ਆਨਸਰਸ ਕੀ ਨੇ। ਅਗਰ ਤੁਹਾਨੂੰ ਡਾਊਟ ਹੈ ਤਾਂ ਹਰ ਇੱਕ ਪਰਸਨ ਦੀ ਐਪਲੀਕੇਸ਼ਨ ਜਿਹੜੀ ਹੈ ਉਹ ਤੁਹਾਡੀ ਪਾਲਿਸੀ ਦੇ ਬੈਕ 'ਤੇ ਲੱਗੀ ਹੁੰਦੀ ਹੈ। ਤੁਹਾਡੀ ਜਿਹੜੀ ਪਾਲਿਸੀ ਬੁੱਕਲੈਟ ਹੈ ਉਹਦੇ ਬਿਲਕੁਲ ਐਂਡ 'ਤੇ ਆ ਜਾਓ, ਉੱਥੇ ਤੁਹਾਡੇ ਮੈਡੀਕਲ ਜੋ ਵੀ ਆਨਸਰ ਤੁਸੀਂ ਦਿੱਤੇ ਨੇ, ਤੁਹਾਡੀ ਐਪਲੀਕੇਸ਼ਨ ਦੀ ਕਾਪੀ, ਉਹ ਸਾਰਾ ਕੁਝ ਉੱਤੇ ਲਿਖਿਆ ਹੋਏਗਾ। ਸੋ ਮੈਂ ਹਮੇਸ਼ਾ ਇਹ ਚੀਜ਼ ਕਹਿੰਦੀ ਹੁੰਦੀ ਕਿ ਆਪਣੇ ਪੇਪਰਸ ਇੱਕ ਵਾਰੀ ਖੋਲ ਕੇ ਜ਼ਰੂਰ ਦੇਖ ਲਓ। ਅਗਰ ਤੁਹਾਨੂੰ ਡਾਊਟ ਲੱਗ ਰਿਹਾ ਕਿ ਮੈਨੂੰ ਇੰਨਾ ਵਧੀਆ ਰੇਟ ਨਹੀਂ ਸੀ ਮਿਲਣਾ ਚਾਹੀਦਾ ਜਾਂ ਮੈਨੂੰ ਰੈਗੂਲਰ ਪਾਲਿਸੀ ਨਹੀਂ ਮਿਲਣੀ ਚਾਹੀਦੀ ਸੀ ਕਿ ਮੈਂ ਤੇ ਇਹ ਚੀਜ਼ ਡਿਸਕਲੋਜ਼ ਕੀਤੀ ਹੈ। ਕੋਈ ਏਜੰਟ ਨੇ ਤੁਹਾਨੂੰ ਕਲੇਮ ਕਰਦਾ ਮੈਂ ਤੁਹਾਨੂੰ ਬੈਸਟ ਰੇਟ ਦਊਂਗਾ ਜੀ, ਤੇ ਉਹਨੇ ਤੁਹਾਨੂੰ ਬੈਸਟ ਰੇਟ ਦੇਣ ਲਈ ਇਸ ਤਰ੍ਹਾਂ ਦੀਆਂ ਗੜਬੜਾਂ ਕੀਤੀਆਂ ਨੇ ਜੀ, ਤਾਂ ਉਹ ਤੁਸੀਂ ਆਪਣੀ ਐਪਲੀਕੇਸ਼ਨ ਚੈੱਕ ਕਰ ਸਕਦੇ ਹੋ। ਸਿੰਪਲ ਆਪਣੀ ਪਾਲਿਸੀ ਦਾ ਬਿਲਕੁਲ ਬੈਕ ਤੇ ਚਲੇ ਜਾਓ, ਉੱਥੇ ਤੁਹਾਡੀ ਮੈਡੀਕਲ ਕੁਐਸਚਨਸ ਆਨਸਰ, ਤੁਹਾਡੀ ਐਪਲੀਕੇਸ਼ਨ ਕਾਪੀ, ਅਗਰ ਤੁਹਾਡਾ ਬਲੱਡ ਵਰਕ ਹੋਇਆ ਉਹਦੀ ਰਿਪੋਰਟ, ਸਾਰਾ ਕੁਝ ਤੁਹਾਡੇ ਬੈਕ ਐਂਡ ਤੇ ਲੱਗਾ ਹੋਊਗਾ ਪਾਲਿਸੀ ਦੇ। ਕਿਉਂਕਿ ਏਜੰਟ ਤਾਂ ਆਪਣਾ ਕਮਿਸ਼ਨ ਲੈ ਗਿਆ ਤੇ ਮੁੜ ਕੇ ਤੁਹਾਨੂੰ ਕਲੇਮ ਵੇਲੇ ਇਹੋ ਜਿਹਾ ਕਿ ਤੁਸੀਂ ਝੂਠ ਬੋਲਿਆ। ਬਿਲਕੁਲ, ਸੋ ਹਮੇਸ਼ਾ ਆਪਣਾ ਪੇਪਰ ਵਰਕ ਜ਼ਰੂਰ ਚੈੱਕ ਕਰੋ। ਜਿਹੜੇ ਕਹਿੰਦੇ ਨੇ ਕਿ ਮੈਂ ਬਹੁਤ ਸਸਤਾ ਤੁਹਾਨੂੰ ਵਧੀਆ ਰੇਟ ਦਵਾ ਕੇ ਦਊਂਗਾ ਨਾ, ਮੇਰੇ ਖਿਆਲ ਉਹਨਾਂ ਤੇ ਜ਼ਰੂਰ ਡਾਊਟ ਕਰਨਾ ਚਾਹੀਦਾ ਨਾ। ਚਲੋ, ਨਹੀਂ, ਡਾਊਟ ਤੇ ਅਸੀਂ ਇਸ ਤਰ੍ਹਾਂ ਕਿਸੇ ਤੇ ਨਹੀਂ ਕਰ ਸਕਦੇ, ਬਟ ਹਾਂ ਇਹ ਜ਼ਰੂਰ ਹੈ ਕਿ ਅਗਰ ਤੁਹਾਨੂੰ ਬਿਲਕੁਲ ਕੁਝ ਵੀ ਲੱਗ ਰਿਹਾ ਹੈਗਾ ਨਾ ਤਾਂ ਆਪਣਾ ਪੇਪਰ ਵਰਕ ਜ਼ਰੂਰ ਚੈੱਕ ਕਰ ਲਓ। ਸੋ ਇਹ ਨਾ ਹੋਏ ਕਿ ਬਲਾਈਂਡ ਟਰਸਟ ਨਾ ਕਰੋ। ਅਸੀਂ ਬਹੁਤ ਵਾਰ ਬਲਾਈਂਡ ਟਰਸਟ ਦੇ ਚੱਕਰ ਦੇ ਵਿੱਚ ਅਸੀਂ ਕਈ ਵਾਰੀ ਜਿਹੜਾ ਹੈਗਾ ਉਹ ਐਂਡ ਤੇ ਸਾਨੂੰ ਉਹਦੇ ਸਰਕਮਸਟੈਂਸਸ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਕਿ ਲਾਸ ਹੁੰਦਾ। ਸੋ ਬਲਾਈਂਡ ਟਰਸਟ ਨਾ ਕਰੋ ਪੇਪਰ ਵਰਕ, ਕਿਉਂਕਿ ਹੋਣਾ ਉਹੀ ਐਟ ਦਾ ਐਂਡ ਜੋ ਪੇਪਰ ਤੇ ਲਿਖਿਆ, ਨਾ ਜੋ ਮੈਂ ਬੋਲ ਰਹੀ ਹਾਂ ਜਾਂ ਤੁਸੀਂ ਬੋਲ ਰਹੇ ਹੋ, ਕੁਝ ਨਹੀਂ ਹੋਣਾ। ਜੋ ਪੇਪਰਸ ਤੁਹਾਡੇ ਹੱਥ ਦੇ ਵਿੱਚ ਨੇ ਉਹਨਾਂ ਦੇ ਅਕੋਰਡਿੰਗ ਟੂ ਸਭ ਕੁਝ ਹੋਣਾ ਹੈਗਾ। ਸੋ ਉਹਨਾਂ ਨੂੰ ਜ਼ਰੂਰ ਰੀਡ ਕਰ ਲਿਆ ਕਰੋ। ਪੀ ਔਲਖ ਇਹ ਕਹਿ ਰਹੇ ਨੇ ਕਿ ਇਹਨਾਂ ਦਾ ਕਲੇਮ 8-9 ਮਹੀਨਿਆਂ ਤੋਂ ਪੈਂਡਿੰਗ ਪਿਆ ਤੇ ਹਲੇ ਵੀ ਉਹ ਪ੍ਰੋਸੈਸ ਕਰ ਰਹੇ ਨੇ ਇਹਨੂੰ। ਤੇ ਜਦੋਂ ਇਹ ਪੁੱਛਦੇ ਨੇ ਤੇ ਉਹ ਕਹਿੰਦੇ ਨੇ ਕਿ ਕੋਵਿਡ ਕਰਕੇ ਉਹ ਸ਼ਾਰਟ ਸਟਾਫ ਨੇ। 8 ਤੋਂ 9 ਮਹੀਨੇ ਤੇ ਕਾਫੀ ਲੰਬਾ ਟਾਈਮ ਹੈ। ਸੋ ਮੋਸਟਲੀ ਜਿਹੜਾ ਹੈਗਾ 4 to 6 ਵੀਕਸ ਜਾਂ ਤੁਸੀਂ 2 ਮੰਥ ਲਾ ਲਓ। ਬਟ ਅਗਰ ਕ੍ਰਿਟੀਕਲ ਇਲਨੈਸ ਦਾ ਕਲੇਮ ਹੈ ਉਹਦੇ 'ਚ ਹੋ ਸਕਦਾ ਹੈ ਕਿ ਅਗਰ ਕੋਈ ਮੈਡੀਕਲ ਰੈਕਡ ਪੈਂਡਿੰਗ ਹੈ। ਅਦਰ ਦੈਨ ਦੈਟ ਇਹ ਵਾਲਾ ਜਿਹੜਾ ਆਨਸਰ ਕੰਪਨੀ ਅਗਰ ਉਹਨਾਂ ਨੂੰ ਦੇ ਰਹੀ ਹੈ ਕਿ ਅਸੀਂ ਸ਼ਾਰਟ ਸਟਾਫ ਹੈਗੇ ਹਾਂ, ਇਹ ਅਸੈਪਟੇਬਲ ਨਹੀਂ ਹੈਗਾ ਕਿ ਉਹ ਹੁਣ ਵੀ ਕੋਵਿਡ ਦਾ ਅਗਰ ਉਹ ਰੀਜ਼ਨ ਦੇ ਰਹੇ ਨੇ। ਕੋਵਿਡ ਇਸ ਟਾਈਮ ਦੇ ਲਈ ਕੋਈ ਉਹ ਬਹਾਨਾ ਨਹੀਂ ਹੈਗਾ। ਸੋ ਉਹ ਉਹਨਾਂ ਤੋਂ ਪੁੱਛ ਸਕਦੇ ਨੇ ਕਿ ਕੁਝ ਪੈਂਡਿੰਗ ਹੈਗਾ ਜਾਂ ਉਹਨਾਂ ਦੇ ਐਡਵਾਈਜ਼ਰ ਪੁੱਛ ਸਕਦੇ ਨੇ ਕਿ ਕੀ ਪੈਂਡਿੰਗ ਕੀ ਹੈਗਾ, ਕਿਉਂਕਿ ਅਗਰ ਕੁਝ ਪੈਂਡਿੰਗ ਹੈ ਦੈਨ ਹੀ ਡਿਲੇ ਹੋਊਗੀ, ਅਦਰਵਾਈਜ਼ ਮੈਕਸਿਮਮ 2 ਮੰਥ। ਨਾਰਮਲ ਨਹੀਂ ਹੈ, ਇਸ ਕਰਕੇ ਇਹਨਾਂ ਨੂੰ ਥੋੜਾ ਜਿਹਾ ਜ਼ੋਰ ਪਾਉਣਾ ਚਾਹੀਦਾ ਉਹਨਾਂ ਤੇ। ਸਿਮਰਨ ਜੀ, ਮੇਰੇ ਕੋਲ ਕੁਝ ਕੁਐਸਚਨ ਵੀ ਆਏ ਹੋਏ ਨੇ ਜੀ, ਉਹ ਵੀ ਲੈਂਦੇ ਆ। ਤੇ ਇਸ ਵੇਲੇ ਜਿਹੜਾ ਇੱਕ ਕੁਐਸਚਨ ਹੈਗਾ ਨਰਿੰਦਰ ਲੌਂਗੋਵਾਲ ਦਾ ਕਿ ਜੀ ਜੇ ਕੋਈ ਐਮਰਜੈਂਸੀ ਸਰਜਰੀ ਆਊਟਸਾਈਡ ਕੰਟਰੀ ਹੁੰਦੀ ਹੈ ਕੀ ਉਹ ਕਵਰ ਕਰਦੀਆਂ ਨੇ ਕੰਪਨੀ, ਇੰਸ਼ੋਰੈਂਸ ਕੰਪਨੀ? ਅਗਰ ਤੇ ਉਹ ਟਰੈਵਲ ਕਰਨ ਗਏ ਨੇ, ਇੰਸ਼ੋਰੈਂਸ ਲੈ ਕੇ ਗਏ ਨੇ ਤੇ ਡੈਫੀਨੇਟਲੀ ਕਵਰ ਕਰਨਗੇ। ਬਟ ਅਗਰ ਤੁਸੀਂ ਅਨਇੰਸ਼ੋਰਡ ਗਏ ਹੈਗੇ ਹੋ ਦੈਨ ਤੇ ਡੈਫੀਨੇਟਲੀ ਉਹ ਕਵਰ ਨਹੀਂ ਹੋਗੀ। ਜਾਂ ਕੋਈ ਕ੍ਰਿਟੀਕਲ ਇਲਨੈਸ ਦੀ ਤੁਹਾਡੇ ਕੋਲ ਪਾਲਿਸੀ ਔਰ ਉਹ ਜਿਹੜੀ ਕੰਡੀਸ਼ਨ ਜਿਹਦੀ ਸਰਜਰੀ ਹੋ ਰਹੀ ਹੈ ਅਗਰ ਉਹ ਕ੍ਰਿਟੀਕਲ ਇਲਨੈਸ ਦੇ ਅੰਡਰ ਆ ਰਹੀ ਹੈ ਦੈਨ ਡੈਫੀਨੇਟਲੀ ਕੰਪਨੀ ਕਵਰ ਕਰੂਗੀ। ਓਕੇ। ਚਰਨਜੀਤ ਬੱਧਣ ਕਿ ਜਿੱਦਾਂ ਕ੍ਰਿਟੀਕਲ ਇਲਨੈਸ 75 ਸਾਲ ਤੱਕ ਦੀ ਲੈਣੀ ਚਾਹੀਦੀ ਹੈ, ਕਈ ਇੰਸ਼ੋਰੈਂਸ ਵਾਲੇ
T20 ਕ੍ਰਿਟੀਕਲ ਇਲਨੈਸ ਦਿੰਦੇ ਨੇ। ਜੇ ਦੇਖਿਆ ਜਾਵੇ 25 ਸਾਲ ਦਾ ਓਲਡ ਪਰਸਨ ਨੂੰ ਕਵਰੇਜ ਸਿਰਫ 45 ਸਾਲ ਤੱਕ ਦੀ ਮਿਲੀ ਜੀ। ਬਟ ਕ੍ਰਿਟੀਕਲ ਇੰਸ਼ੋਰੈਂਸ ਮੋਸਟਲੀ ਉਦੋਂ ਹੁੰਦੀ ਆ 45 ਸਾਲ ਤੋਂ ਬਾਅਦ। ਉਦੋਂ ਦੁਬਾਰਾ ਲੈਣੀ ਪੈਂਦੀ ਹੈ, ਜਿਹੜੀ ਬਹੁਤ ਮਹਿੰਗੀ ਮਿਲਦੀ ਹੈ ਜੀ। ਕਈ ਵਾਰ ਹੈਲਥ ਇਸ਼ੂ ਹੋਣ ਕਰਕੇ ਮਿਲਦੀ ਵੀ ਨਹੀਂ ਜੀ। ਤੁਹਾਨੂੰ ਗੱਲ ਇੱਕ ਸਮਝ ਆ ਗਈ ਕੀ ਐਗਜ਼ੈਕਟਲੀ। ਸੋ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਟਰਮ ਜਿਹੜੀ ਉਹ ਲੈਣੀ ਕਿੰਨੀ ਚਾਹੀਦੀ ਹੈ, ਕਿਉਂਕਿ ਕਈ ਵਾਰੀ ਕੋਈ ਪਰਸਨ ਹੈ, ਜੇ ਕੋਈ ਯੰਗ ਹੈ ਤਾਂ ਤੁਸੀਂ 20 ਈਅਰ ਦੀ ਟਰਮ ਲੈ ਲਈ, ਤੇ ਤੁਹਾਨੂੰ ਫਿਊਚਰ ਦੇ ਵਿੱਚ ਦੁਬਾਰਾ ਜਦੋਂ ਤੁਸੀਂ ਇੰਸ਼ੋਰੈਂਸ ਲੈਣੀ ਚਾਹੋਗੇ ਜਾਂ ਰੀਨਿਊ ਕਰੋਗੇ, ਪ੍ਰੀਮੀਅਮ ਹਾਈ ਲੱਗੇਗਾ। ਸੋ ਇਸੇ ਕਰਕੇ ਜਦੋਂ ਵੀ ਤੁਸੀਂ ਇੰਸ਼ੋਰੈਂਸ ਲੈਂਦੇ ਹੋ, ਮੇਕ ਸ਼ੋਰ ਕਿ ਤੁਹਾਡੀਆਂ ਉਹ ਨੀਡਸ ਨੂੰ ਕਵਰ ਕਰਦੀ ਹੋਏ। ਹੁਣ ਉਹ ਤੇ ਹਰ ਆਮ ਬੰਦੇ ਨੂੰ ਪਤਾ ਹੈ ਕਿ ਮੈਂ ਫੋਰ ਐਗਜ਼ਾਮਪਲ 25 ਜਾਂ 30 ਈਅਰਸ ਓਲਡ ਹੈਗਾ, ਤਾਂ ਮੇਰੀ ਰਿਸਪੌਂਸਿਬਿਲਿਟੀ ਐਟਲੀਸਟ ਰਿਟਾਇਰਮੈਂਟ ਤੱਕ ਤੇ ਹੈਗੀਆਂ ਨੇ, ਮੇਰੀਆਂ ਲਾਇਬਿਲਿਟੀਜ਼ ਮਿਨੀਮਮ ਟੂ ਮਿਨੀਮਮ ਲੈ ਕੇ ਚੱਲੀਏ ਅਸੀਂ 65 ਦੀ ਏਜ ਤੱਕ ਹੈਗੀਆਂ ਨੇ। ਸੋ ਉਸ ਹਿਸਾਬ ਦੇ ਨਾਲ ਪਲਾਨ ਚੂਜ਼ ਕਰੋ ਕਿ ਤੁਹਾਡੀਆਂ ਜਿਹੜੀਆਂ ਲਾਇਬਿਲਿਟੀਜ਼ ਕਵਰ ਹੋ ਜਾਣ। ਸੋ ਇਹਦੇ 'ਚ ਕਲਾਇੰਟ ਨੇ ਵੀ ਆਪਣਾ ਜਿਹੜਾ ਧਿਆਨ ਰੱਖਣਾ ਹੁੰਦਾ ਕਿ ਮੈਨੂੰ ਕਿਸ ਚੀਜ਼ ਦੀ ਜ਼ਰੂਰਤ ਹੈ, ਮੈਂ ਕਿੰਨਾ ਪੇ ਕਰ ਸਕਦਾ ਹੈਗਾ। ਹੋ ਸਕਦਾ ਕਿ ਕੋਈ 20 ਟਰਮ ਇਸ ਕਰਕੇ ਲੈ ਲੈਂਦੇ ਹੋਣ ਕਿ ਫਿਲਹਾਲ ਬਜਟ ਅਲਾਉ ਨਹੀਂ ਕਰ ਰਿਹਾ ਜ਼ਿਆਦਾ ਲੰਬੀ ਪਾਲਿਸੀ ਲੈਣ ਦੇ ਲਈ। ਤਾਂ ਇਹ ਸਿਨੈਰੀਓ ਹਰ ਇੱਕ ਦੇ ਲਈ ਡਿਫਰੈਂਟ ਹੈ ਕਿ ਤੁਹਾਡੀ ਪਾਕਟ ਕੀ ਅਲਾਉ ਕਰ ਰਹੀ ਹੈ, ਤੁਹਾਡੀ ਨੀਡ ਕੀ ਹੈਗੀ ਹੈ, ਤੁਸੀਂ ਇਸ ਟਾਈਮ ਕਿੰਨਾ ਅਫੋਰਡ ਕਰ ਸਕਦੇ ਹੈਗੇ ਹੋ। ਸੋ ਉਹਦੇ ਹਿਸਾਬ ਨਾਲ ਹਰ ਇੱਕ ਪਰਸਨ ਆਪਣੀ ਜਿਹੜੀ ਪਾਕਟ ਦੇ ਅਕੋਰਡਿੰਗ ਟੂ ਪਲਾਨ ਚੂਜ਼ ਕਰ ਸਕਦਾ ਹੈ। ਇੱਕ ਸਵਾਲ ਹੈ ਕਿ ਜਿਹੜੇ ਕਲੇਮ ਦੇ ਪੱਖ ਤੋਂ ਜੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਤੇ ਡਿਸੇਬਿਲਿਟੀ, ਇਹਨਾਂ ਦੇ ਵਿੱਚ ਕੁਝ ਅਲੱਗ ਗੱਲਾਂ ਵੀ ਹੁੰਦੀਆਂ ਜਿਹੜੀਆਂ ਧਿਆਨ 'ਚ ਰੱਖਣੀਆਂ ਪੈਂਦੀਆਂ, ਜਿਹੜੀਆਂ ਪ੍ਰੋਬਲਮ ਬਣ ਸਕਦੀਆਂ? ਬਿਲਕੁਲ। ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਸ਼ਮੀਲ ਜੀ ਡਿਸੇਬਿਲਿਟੀ ਇੰਸ਼ੋਰੈਂਸ ਦੇ ਕਲੇਮਸ 'ਚ। ਅਗਰ ਤੁਸੀਂ ਟੈਕਸ ਘੱਟ ਫਾਈਲ ਕਰ ਰਹੇ ਹੋ, ਸੈਲਫ ਇੰਪਲੋਇਡ ਪਰਸਨ ਮੋਸਟਲੀ ਡਿਸੇਬਿਲਿਟੀ ਪਾਲਿਸੀ ਹੋਈ ਉਹ ਲੈਂਦੇ ਨੇ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਬੈਨੀਫਿਟ ਮਿਲੇ $4,000-6,000 ਦਾ, ਕਿਉਂਕਿ ਸਾਡੇ ਖਰਚੇ ਬਹੁਤ ਨੇ, ਪਰ ਅਸੀਂ ਟੈਕਸ ਭਰਿਆ ਹੈਗਾ ਫੋਰ ਐਗਜ਼ਾਮਪਲ 30,000 ਦੇ ਉੱਪਰ, ਤਾਂ ਤੁਸੀਂ ਐਲੀਜੀਬਲ ਹੀ ਨਹੀਂ ਹੈਗੇ। ਅਗਰ ਤੁਹਾਨੂੰ ਇੰਨੇ ਅਮਾਊਂਟ ਦੀ ਪਾਲਿਸੀ ਦੇ ਦਿੱਤੀ ਗਈ ਹੈਗੀ ਹੈ ਜਾਂ ਤੁਸੀਂ ਖੁਦ ਉਹ ਚੂਜ਼ ਕਰ ਲਿਆ ਅਮਾਊਂਟ ਕਿ ਅਸੀਂ ਇੰਨੀ ਹੀ ਇੰਸ਼ੋਰੈਂਸ ਲੈਣੀ ਹੈ, ਕਲੇਮ ਨਹੀਂ ਮਿਲਣਾ, ਕਿਉਂਕਿ ਐਟ ਦ ਟਾਈਮ ਆਫ ਕਲੇਮ ਜਿਹੜਾ ਤੁਹਾਨੂੰ ਇੰਸ਼ੋਰੈਂਸ ਤੁਹਾਡੀ ਦੇਣ ਵਾਲਾ ਏਜੰਟ ਉਦੋਂ ਤੁਹਾਨੂੰ ਇਹ ਦੱਸਦਾ ਨਹੀਂ ਕਿ ਤੁਸੀਂ ਇਨਕਮ ਆਪਣੀ ਕਿੰਨੀ ਫਾਈਲ ਕਰ ਰਹੇ ਹੋ। ਡਿਸਕਲੋਜ਼ ਕਰਨਾ ਪੈਣਾ, ਤੁਹਾਨੂੰ ਪੁੱਛਣਾ ਪੈਣਾ। ਸੋ ਮੇਰਾ ਫਰਸਟ ਕੁਐਸਚਨ ਹੈ ਸੈਲਫ ਇੰਪਲੋਇਡ ਪਰਸਨ ਨੂੰ ਕਿ ਤੁਸੀਂ ਟੈਕਸ ਕਿੰਨੇ ਤੇ ਫਾਈਲ ਕਰਦੇ ਹੋ। ਸੋ ਜੋ ਤੁਸੀਂ ਟੈਕਸ ਫਾਈਲ ਕਰ ਰਹੇ ਹੋ ਮੈਕਸਿਮਮ ਅਸੀਂ ਬੈਨੀਫਿਟ ਜਿਹੜਾ ਉਹਦੇ ਹਿਸਾਬ ਨਾਲ ਦੇ ਸਕਦੇ ਹਾਂ। ਅਦਰਵਾਈਜ਼ ਤੁਸੀਂ ਜਿੰਨਾ ਮਰਜ਼ੀ ਬੈਨੀਫਿਟ ਲੈ ਲਓ, ਕਲੇਮ ਟਾਈਮ ਮਿਲਣਾ ਨਹੀਂ। ਸੋ ਇਹ ਚੀਜ਼ 100% ਇੰਸ਼ੋਰੈਂਸ ਐਡਵਾਈਜ਼ਰ ਨੇ ਗਾਈਡ ਕਰਨਾ ਹੁੰਦਾ। ਸੋ ਇਸ ਕਰਕੇ ਡਿਸੇਬਿਲਿਟੀ ਪਾਲਿਸੀਜ਼ ਦਾ ਸਭ ਤੋਂ ਵੱਧ ਜਦੋਂ ਕਲੇਮ ਆਉਂਦਾ, ਇਸ ਚੀਜ਼ ਦਾ ਹੀ ਕਨਫਲਿਕਟ ਹੁੰਦਾ ਕਿ ਸਾਨੂੰ ਘੱਟ ਬੈਨੀਫਿਟ ਮਿਲਿਆ। ਉਹ ਤਾਂ ਘੱਟ ਮਿਲਿਆ ਕਿਉਂਕਿ ਇਨਕਮ ਵੈਰੀਫਿਕੇਸ਼ਨ ਜਦੋਂ ਹੋਈ ਉਹ ਪੂਰਾ ਨਹੀਂ ਹੋਇਆ। ਦੂਸਰੀ ਚੀਜ਼ ਲਾਈਫ ਤੇ ਕ੍ਰਿਟੀਕਲ ਜਿਹੜੀ ਹੈ ਉਹਦੇ ਵਿੱਚ 2 ਈਅਰ ਦਾ ਕੰਟੈਸਟੇਬਿਲਿਟੀ ਪੀਰੀਅਡ ਹੈ। ਜਿਹੜਾ ਵੀ ਕਲੇਮ ਪਹਿਲੇ 2 ਸਾਲ 'ਚ ਆ ਗਿਆ, ਉਸ ਕਲੇਮ ਦੀ ਇਨਵੈਸਟੀਗੇਸ਼ਨ ਬਹੁਤ ਜ਼ਿਆਦਾ ਹੋਣੀ ਹੈ, ਇਹ ਤੇ ਪੱਕਾ ਹੈ। ਸੋ ਆਫਟਰ 2 ਈਅਰ ਜਿਹੜੇ ਕਲੇਮ ਆਉਂਦੇ ਨੇ ਉਹਨਾਂ ਦੇ ਲਈ ਕੰਪਨੀ ਕਾਫੀ ਲੀਨੀਅੰਟ ਹੁੰਦੀ ਹੈ, ਬਟ ਫਸਟ 2 ਈਅਰ ਵਾਲੇ ਜਿਹੜੇ ਕਲੇਮ ਹੈਗੇ ਨੇ ਵਿਦਿਨ 2 ਈਅਰਸ ਆ ਗਏ ਤਾਂ ਉਹਦੇ ਵਿੱਚ ਕੰਪਨੀ ਨੇ ਤੁਹਾਡਾ ਮੈਡੀਕਲ ਰੈਕਡ ਪੁੱਲ ਆਊਟ ਕਰ ਉਹਨਾਂ ਨੇ ਇਹ ਦੇਖਣਾ ਕਿ ਕਿਤੇ ਪ੍ਰੋਬਲਮ ਪਾਲਿਸੀ ਲੈਣ ਤੋਂ ਪਹਿਲਾਂ ਹੀ ਤਾਂ ਨਹੀਂ ਸੀ ਹੈਗੀ। ਸੋ ਉਹ ਥੋੜ੍ਹੇ ਜਿਹੇ ਲੰਬੇ ਚਲੇ ਜਾਂਦੇ ਨੇ ਐਜ਼ ਕੰਪੇਅਰ ਟੂ ਅਗਰ 2 ਸਾਲ ਤੋਂ ਬਾਅਦ ਕਲੇਮ ਆ ਰਿਹਾ ਹੈਗਾ। ਸੋ ਉਹਦੇ 'ਚ ਮੈਡੀਕਲ ਰੈਕਡ, ਹਸਪੀਟਲ ਰੈਕਡ, ਤੁਹਾਡੇ ਫੈਮਿਲੀ ਡਾਕਟਰ ਦੀ ਰਿਪੋਰਟ, ਉਹ ਸਾਰੀਆਂ ਚੀਜ਼ਾਂ ਕਈ ਵਾਰੀ ਕਾਫੀ ਡਿਲੇ ਵੀ ਕਰ ਦਿੰਦੀਆਂ ਨੇ, ਕਿਉਂਕਿ ਸਾਨੂੰ ਮੈਡੀਕਲ ਸਿਸਟਮ ਆਪਣੇ ਦਾ ਤਾਂ ਪਤਾ ਹੀ ਆ ਆਲਰੇਡੀ। ਤੋ ਅਗਰ ਅਸੀਂ ਫੋਰ ਐਗਜ਼ਾਮਪਲ ਵਿਲੀਅਮ ਹੌਸਲਰ ਤੋਂ ਹੀ ਮੈਡੀਕਲ ਰੈਕਡ ਮੰਗਾਉਣਾ ਹੈ ਤੇ ਕਈ ਵਾਰੀ ਉਹ 3-3, 4-4 ਮਹੀਨੇ ਰੈਕਡ ਹੀ ਨਹੀਂ ਦਿੰਦੇ ਹੈਗੇ। ਸੋ ਉੱਥੇ ਡਿਲੇ ਹੋ ਸਕਦਾ ਹੈਗਾ। ਅਦਰਵਾਈਜ਼ ਅਗਰ ਤੁਸੀਂ ਖੁਦ ਉਹ ਚੀਜ਼ਾਂ ਪ੍ਰੋਵਾਈਡ ਕਰ ਸਕਦੇ ਹੋ ਤਾਂ ਬਹੁਤ ਈਜ਼ੀ ਹੈ। ਤੁਸੀਂ ਹਸਪੀਟਲ ਜਾਂਦੇ ਹੋ, ਉਹਨਾਂ ਤੋਂ ਰੈਕਡ ਲੈਂਦੇ ਹੋ, $30-40 ਫੀਸ ਚਾਰਜ ਕਰਦੇ ਨੇ, ਉਹ ਪ੍ਰੋਸੈਸ ਨੂੰ ਸਿੰਪਲੀਫਾਈਡ ਵੀ ਕਰ ਦਿੰਦੇ ਨੇ, ਉਹ ਪ੍ਰੋਸੈਸ ਫਾਸਟ ਵੀ ਹੋ ਜਾਂਦਾ ਹੈਗਾ। ਸੋ ਇਹ ਤਰੀਕੇ ਹੁੰਦੇ ਨੇ ਕਿ ਜੇ ਤੁਸੀਂ ਕਲੇਮ ਨੂੰ ਫਾਸਟ ਪ੍ਰੋਸੈਸ ਕਰਨਾ ਹੈਗਾ। ਛੋਟੇ 2 ਸਵਾਲ ਹੋਰ ਨੇ। ਇੱਕ ਤਾਂ ਕ੍ਰਿਟੀਕਲ ਇਲਨੈਸ, ਜੇ ਕ੍ਰਿਟੀਕਲ ਇੰਜਰੀ ਜੋ ਐਕਸੀਡੈਂਟ ਹੋਈਆਂ ਹੋਣ, ਕਿ ਉਹਨਾਂ ਨੂੰ ਵੀ ਕਵਰ ਕੀਤਾ ਜਾਂਦਾ? ਕ੍ਰਿਟੀਕਲ ਇੰਜਰੀਜ਼, ਕ੍ਰਿਟੀਕਲ ਇਲਨੈਸ ਦੇ ਵਿੱਚ ਅਗਰ ਫੋਰ ਐਗਜ਼ਾਮਪਲ ਪਰਸਨ ਦਾ ਬੋਡੀ ਪਾਰਟ ਲਾਸ ਹੋ ਗਿਆ, ਕੋਈ ਲਿੰਬਸ ਕੱਟੇ ਗਏ ਜਾਂ ਪਰਸਨ ਦੀ ਆਈ ਸਾਈਟ ਚਲੇ ਗਈ, ਪਰਸਨ ਬੋਲ ਨਹੀਂ ਸਕਦਾ ਉਸ ਤੋਂ ਬਾਅਦ, ਜਾਂ ਉਹਨਾਂ ਦੀ ਹੀਅਰਿੰਗ ਕਪੈਸਿਟੀ ਨਹੀਂ ਰਹੀ, ਤਾਂ ਉਹ ਚੀਜ਼ਾਂ ਕ੍ਰਿਟੀਕਲ ਦੇ ਅੰਡਰ ਆਉਂਦੀਆਂ ਨੇ, ਡੈਫੀਨੇਟਲੀ ਉੱਥੇ ਕਲੇਮ ਮਿਲਦਾ ਹੈਗਾ। ਤੇ ਆਖਰੀ ਸਵਾਲ ਹੈ ਕਿ ਜੇ ਮੰਨ ਲਿਆ ਤੁਹਾਡਾ ਕਲੇਮ ਉਹਨਾਂ ਨੇ ਡਿਨਾਈ ਕਰ ਦਿੱਤਾ ਜੀ, ਉੱਥੇ ਹੀ ਕਹਾਣੀ ਖਤਮ ਹੋ ਜਾਂਦੀ ਹੈ ਜਾਂ ਅੱਗੇ ਜਾ ਸਕਦੇ ਹੋ? ਤੁਸੀਂ ਚੈਲੰਜ ਕਰ ਸਕਦੇ ਹੋ? ਬਿਲਕੁਲ ਤੁਸੀਂ ਚੈਲੰਜ ਕਰ ਸਕਦੇ ਹੋ। ਅਗਰ ਤੁਸੀਂ ਉਸ ਆਨਸਰ ਤੋਂ ਸੈਟਿਸਫਾਈਡ ਨਹੀਂ ਹੋ ਤਾਂ ਤੁਹਾਡੇ ਕੋਲ ਰੀਅਪੀਲ ਕਰਨ ਦੀ ਆਪਸ਼ਨ ਹੁੰਦੀ ਹੈ। ਜਦੋਂ ਤੱਕ ਤੁਸੀਂ ਸੈਟਿਸਫਾਈਡ ਨਹੀਂ ਹੋ ਰਹੇ, ਤੁਹਾਨੂੰ ਕੋਈ
ਪੱਕਾ ਆਨਸਰ ਨਹੀਂ ਮਿਲ ਰਿਹਾ, ਪ੍ਰੂਫ ਨਹੀਂ ਮਿਲ ਰਿਹਾ, ਤੁਹਾਨੂੰ ਸਟਿਲ ਲੱਗ ਰਿਹਾ ਕਿ ਕੰਪਨੀ ਤੁਹਾਡੇ ਨਾਲ ਜਿਹੜੀ ਹੈ ਉਹ ਬੇਇਨਸਾਫੀ ਕਰ ਰਹੀ ਹੈ, ਦੇयर ਇਜ਼ ਸਮਥਿੰਗ ਰੋਂਗ, ਤਾਂ ਤੁਸੀਂ ਰੀਅਪੀਲ ਕਰੀ ਜਾਓ, ਚਾਹੇ ਜਿੰਨੀ ਵਾਰੀ ਮਰਜ਼ੀ ਕਰੀ ਜਾਓ। ਕੰਪਨੀ ਤੁਹਾਡਾ ਕਲੇਮ ਜਿਹੜਾ ਕਲੋਜ਼ ਨਹੀਂ ਕਰ ਸਕਦੀ ਜਦੋਂ ਤੱਕ ਉਹ ਤੁਹਾਨੂੰ ਪ੍ਰੋਪਰ ਆਨਸਰ ਨਹੀਂ ਦਿੰਦੀ ਹੈਗੀ। ਸੋ ਰੀਅਪੀਲ ਕਰਨ ਦੀ ਆਪਸ਼ਨ ਤੁਹਾਡੇ ਕੋਲ ਹਮੇਸ਼ਾ ਹੁੰਦੀ ਹੈ। ਸੋ ਅਗਰ ਤੁਹਾਨੂੰ ਲੱਗ ਰਿਹਾ ਕਿ ਇਹ ਗਲਤ ਰੀਜ਼ਨ ਕਰਕੇ ਕਲੇਮ ਡਿਕਲਾਈਨ ਹੋਇਆ, ਜਾਂ ਕਈ ਵਾਰੀ ਕੀ ਹੁੰਦਾ ਸ਼ਮਿਲ ਜੀ, ਅਸੀਂ ਕਲੇਮ ਫਾਈਲ ਕਰਨ ਲੱਗਿਆ ਕੋਈ ਪੇਪਰ ਤੇ ਮਿਸਟੇਕ ਕਰ ਦਿੱਤੀ, ਕੋਈ ਸਾਡੇ ਕੋਲ ਫਾਈਲ ਕਰਦੇ ਵਕਤ ਕੋਈ ਚੀਜ਼ ਮਿਸ ਹੋ ਗਈ ਜਾਂ ਅਸੀਂ ਕੋਈ ਚੀਜ਼ ਗਲਤ ਲਿਖ ਦਿੱਤੀ, ਤਾਂ ਉਹਨੂੰ ਤੁਸੀਂ ਕਰੈਕਟ ਕਰ ਸਕਦੇ ਹੁੰਦੇ ਹੋ। ਕੋਈ ਇਹ ਨਹੀਂ ਹੈਗਾ ਕਿ ਹਾਂ ਪੱਥਰ ਤੇ ਲੀਕ ਹੈ ਅਸੀਂ ਕਰ ਦਿੱਤੀ ਤਾਂ ਠੀਕ ਨਹੀਂ ਹੋਣੀ। ਸੋ ਤੁਹਾਡੇ ਕੋਲ ਪ੍ਰੋਪਰ ਰਾਈਟ ਹੈਗੇ ਨੇ। ਸੋ ਅਗਰ ਇਸ ਤਰ੍ਹਾਂ ਦੀ ਕਦੀ ਵੀ ਪ੍ਰੋਬਲਮ ਆਉਂਦੀ ਹੈ, ਆਪਣੇ ਐਡਵਾਈਜ਼ਰ ਦੀ ਹੈਲਪ ਲਓ, ਕਿਉਂਕਿ ਐਕਸਪੀਰੀਅੰਸ ਹੁੰਦਾ ਹੈਗਾ ਐਡਵਾਈਜ਼ਰਸ ਦਾ, ਉਹਨਾਂ ਨੂੰ ਪਤਾ ਹੈ ਕਿ ਕਿਸ ਚੀਜ਼ ਨੂੰ ਕਿੱਦਾਂ ਹੈਂਡਲ ਕਰਨਾ ਹੈਗਾ। ਤੋ ਤੁਸੀਂ ਰੀਅਪੀਲ ਕਰਕੇ ਉਹਨੂੰ ਰੀਓਪਨ ਕਰੋ, ਔਰ ਜਿੰਨੀ ਦੇਰ ਤੱਕ ਤੁਸੀਂ ਸੈਟੀਸਫਾਈਡ ਨਹੀਂ, ਕਲੇਮ ਕਲੋਜ਼ ਨਹੀਂ ਹੋ ਸਕਦਾ। ਇੱਕ ਕੁਲਦੀਪ ਹੋਰਾਂ ਦਾ ਸਵਾਲ ਹੈ ਕਿ ਯੂਐਸ ਜਾਣ ਵਾਲੇ ਟਰੱਕਰਜ਼ ਲਈ ਕਿਹੜੀ ਇੰਸ਼ੋਰੈਂਸ ਲੈਣੀ ਚਾਹੀਦੀ ਹੈ? ਕੋਈ ਦਾ ਕੋਈ ਫਰਕ ਹੈ? ਬਹੁਤ ਵੱਡਾ ਫਰਕ ਹੈ ਸ਼ਮੀਲ ਜੀ। ਬਹੁਤ ਸਾਰੇ ਸਾਡੇ ਲਿਸਨਰਸ ਹੋਣਗੇ ਜਿਹੜੇ ਇਸ ਟਾਈਮ ਯੂਐਸ ਨੂੰ ਟਰੱਕ ਚਲਾਉਂਦੇ ਨੇ, ਔਰ ਜਿਨ੍ਹਾਂ ਕੋਲ ਇੱਕ ਪਾਲਿਸੀ ਹੁੰਦੀ ਹੈ $70 to $80 ਈਅਰ ਦੀ ਪਾਲਿਸੀ, ਇੱਕ ਪੇਪਰ ਹੁੰਦਾ ਐਨੂਅਲ ਪਾਲਿਸੀ। ਬਹੁਤ ਵਾਰੀ ਅਸੀਂ ਉਹ ਪਾਲਿਸੀ ਲੈ ਲੈਂਦੇ ਹਾਂ, ਬਟ ਉਹ ਪਾਲਿਸੀ ਟਰੱਕਿੰਗ ਇੰਡਸਟਰੀ ਦੇ ਲਈ ਹੈ ਹੀ ਨਹੀਂ, ਉਹ ਸੈਕਿੰਡ ਪੇਅਰ ਹੈ। ਜਦੋਂ ਪ੍ਰੋਬਲਮ ਆਉਂਦੀ ਹੈ ਉਹ ਟਰੱਕ ਇੰਸ਼ੋਰੈਂਸ 'ਤੇ ਚਲੇ ਜਾਂਦੇ ਨੇ, ਉੱਥੇ ਕਲੇਮ ਨਹੀਂ ਮਿਲਦੇ। ਬਟ ਮੋਸਟਲੀ ਸਾਨੂੰ ਪਤਾ ਹੀ ਨਹੀਂ ਹੈਗਾ ਕਿ ਉਹ ਪਾਲਿਸੀ ਜਿਹੜੀ ਹੈ ਆਮ ਲੋਕਾਂ ਦੇ ਲਈ ਹੈ, ਜਿਹੜੇ ਬਹੁਤ ਜ਼ਿਆਦਾ ਟਰੈਵਲ ਕਰਦੇ ਨੇ। ਅਗਰ ਤੁਸੀਂ ਟਰੱਕਿੰਗ ਇੰਡਸਟਰੀ 'ਚੋਂ US ਜਾਂਦੇ ਹੈਗੇ ਹੋ ਤਾਂ ਮੇਕ ਸ਼ੋਰ ਤੁਹਾਡੀ ਡਿਸੇਬਿਲਿਟੀ ਦੇ ਨਾਲ ਅਟੈਚ ਪ੍ਰੋਪਰ ਪਾਲਿਸੀ ਹੋਣੀ ਚਾਹੀਦੀ ਹੈ ਜਿਹੜੀ ਟਰੱਕਿੰਗ ਨੂੰ ਕਵਰ ਕਰੇ। ਅਗਰ $70-80 ਵਾਲਾ ਪਲਾਨ ਲੈ ਰਹੇ ਹੋ ਤਾਂ ਸ਼ਮੀਲ ਜੀ ਜਸਟ ਇਮੈਜਿਨ ਮੰਥਲੀ $5 ਬਣੇ, ਕਿਹੜੀ ਇੰਸ਼ੋਰੈਂਸ ਕੰਪਨੀ $5 ਮਿਲੀਅਨ ਦਾ ਟਰੱਕਿੰਗ ਦਾ ਰਿਸਕ ਕਵਰ ਕਰੂਗੀ $5 ਮੰਥਲੀ ਲੈ ਕੇ? ਨਹੀਂ ਕਰੂਗੀ। ਸੋ ਅਗਰ ਤੁਸੀਂ ਉਹ ਸਾਲ ਵਾਲਾ ਪਲਾਨ ਲਿਆ ਹੋਇਆ ਸਿੰਪਲ ਇੱਕ ਕਾਰਡ, ਪਲੀਜ਼ ਮੇਕ ਸ਼ੋਰ ਕਿ ਤੁਸੀਂ ਜਿਹੜੀ ਆਪਣੀ ਉਸ ਪਾਲਿਸੀ ਨੂੰ ਬੰਦ ਕਰਕੇ ਪ੍ਰੋਪਰ ਪਾਲਿਸੀ ਲਓ। ਅਦਰਵਾਈਜ਼ ਜਦੋਂ ਕਲੇਮ ਆਉਂਦੇ ਨੇ ਉਸ ਟਾਈਮ ਤੇ ਫਿਰ ਲੱਖਾਂ ਡਾਲਰਸ ਦੇ ਬਿੱਲ ਬਣਦੇ ਨੇ, ਉੱਥੇ ਫਿਰ ਅਸੀਂ ਸਟਕ ਹੋ ਜਾਂਦੇ ਹਾਂ। ਅੱਛਾ, ਇੱਕ ਇਹ ਪੁੱਛ ਰਹੇ ਨੇ ਫੈਸਲ ਕਿ ਹਾਊ ਟੂ ਕਲੀਅਰ ਇੰਸ਼ੋਰੈਂਸ ਕਲੇਮ ਫਰੋਮ ਰੈਕਡ ਇਫ ਵੀ ਡਿਡਨਟ ਕਲੇਮ ਬਟ ਇਟ ਗੋਜ਼ ਔਨ ਰੈਕਡ, ਕੁਛ ਇੱਦਾਂ ਹੁੰਦਾ? ਵੈਸੇ ਜਿਹੜੀ ਵੀ ਰੈਕਡ, ਹੁਣ ਆਈ ਡੋਂਟ ਨੋ ਆਟੋ ਕਲੇਮ ਦੀ ਗੱਲ ਕਰ ਰਹੇ ਨੇ ਜਾਂ ਪਰਸਨਲ ਕਲੇਮ ਦੀ, ਕਿਉਂਕਿ ਪਰਸਨਲ ਕਲੇਮ ਤੁਹਾਡੇ ਰੈਕਡ ਤੇ ਨਹੀਂ ਹੁੰਦਾ। ਇਹ ਕਹਿੰਦੇ ਅਸੀਂ ਕਦੇ ਕੀਤਾ ਨਹੀਂ ਹੈ ਪਰ ਸਾਡੇ ਆ ਰਿਹਾ ਰੈਕਡ 'ਚ ਦਿਸ ਰਿਹਾ। ਅਗਰ ਉਹਨਾਂ ਦਾ ਆਟੋ ਦਾ ਕਲੇਮ ਹੈਗਾ ਦੈਨ ਉਹਨਾਂ ਨੂੰ ਆਪਣੇ ਜਿਹੜੀ ਕੰਪਨੀ ਉਹਨਾਂ ਦੇ ਨਾਲ ਕਲੀਅਰ ਕਰਨਾ ਪਏਗਾ। ਉਹ ਫਿਰ ਕੋਈ ਨਾ ਕੋਈ ਈਮੇਲ ਦੇਣਗੇ, ਉੱਥੇ ਵੈਰੀਫਿਕੇਸ਼ਨ ਹੋਊਗੀ। ਸੇਮ ਚੀਜ਼ ਹੈਲਥ ਦੇ ਵਿੱਚ ਵੀ ਹੁੰਦੀ। ਕਈ ਵਾਰੀ ਤੁਹਾਨੂੰ ਉਹ ਹੈਲਥ ਇਸ਼ੂਜ਼ ਹੁੰਦਾ ਨਹੀਂ ਬਟ ਤੁਹਾਡੇ MIB ਕੋਰਸ ਤੇ ਉਹ ਸ਼ੋਅ ਕਰ ਰਿਹਾ ਹੁੰਦਾ, ਫਿਰ ਤੁਸੀਂ ਉਸ ਬਿਊਰੋ ਨੂੰ ਕਾਲ ਕਰਕੇ ਈਮੇਲ ਕਰਕੇ ਉਸ ਚੀਜ਼ ਨੂੰ ਕਲੀਅਰ ਕਰਾ ਸਕਦੇ ਹੁੰਦੇ ਹੋ। ਪ੍ਰੋਪਰ ਆਪਣੀ ਡਰਾਈਵਿੰਗ ਰੈਕਡ ਦੇ ਕੇ ਉਹ ਚੀਜ਼ਾਂ ਕਲੀਅਰ ਹੋ ਜਾਂਦੀਆਂ ਹੈਗੀਆਂ। ਸੋ ਇੰਨਾ ਵਰੀ ਕਰਨ ਦੀ ਜ਼ਰੂਰਤ ਨਹੀਂ, ਬਟ ਇਹ ਹੈ ਕਿ ਪ੍ਰੋਪਰ ਬਿਊਰੋ ਨੂੰ ਤੁਸੀਂ ਕੰਸਲਟ ਕਰਕੇ ਉਹਨਾਂ ਦੇ ਨਾਲ ਜਿਹੜਾ ਹੈਗਾ ਤੁਸੀਂ। ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਹੈਰੀ ਚਿੱਲ ਹੋਰਾਂ ਦੇ ਮਨ 'ਚ ਸਵਾਲ ਆ ਰਿਹਾ ਹੈ, ਕਹਿੰਦੇ ਵੀ ਇਹ ਸਾਰੀਆਂ ਗੱਲਾਂ ਕਲੇਮ ਵੇਲੇ ਕਰਨ ਦੀ ਬਜਾਏ, ਡਿਲੇ ਕਰਨ ਦੀ ਬਜਾਏ ਇੰਸ਼ੋਰੈਂਸ ਕੰਪਨੀਆਂ ਪਹਿਲਾਂ ਕਿਉਂ ਨਹੀਂ ਇਨਵੈਸਟੀਗੇਟ ਕਰਦੀਆਂ ਇੰਸ਼ੋਰੈਂਸ ਇਸ਼ੂ ਕਰਨ ਤੋਂ ਪਹਿਲਾਂ? ਕੁਐਸਚਨ ਸਾਰੇ ਹੈਗੇ ਨੇ ਐਪਲੀਕੇਸ਼ਨ 'ਚ, ਹਰ ਜਿਹੜੀਆਂ ਚੀਜ਼ਾਂ ਦੀ ਮੈਂ ਗੱਲ ਕੀਤੀ ਹੈ ਸਾਰੇ ਕੁਐਸਚਨਸ ਹੈਗੇ ਨੇ। ਹੁਣ ਉਹ ਕੁਐਸਚਨ ਆਨਸਰ ਕੀਤੇ ਜਾ ਰਹੇ ਨੇ, ਪੁੱਛੇ ਜਾ ਰਹੇ ਨੇ, ਇਹ ਹਰ ਇੱਕ ਦਾ ਅਲੱਗ-ਅਲੱਗ ਹੈ। ਏਜੰਟ ਤੇ ਡਿਪੈਂਡ ਕਰਦਾ, ਏਜੰਟ ਤੇ ਡਿਪੈਂਡ ਕਰਦਾ, ਜਿਹੜੇ ਮੈਡੀਕਲ ਕਰ ਰਹੇ ਨੇ ਉਹਨਾਂ ਤੇ ਡਿਪੈਂਡ ਕਰਦਾ, ਕਿਉਂਕਿ ਅਗਰ ਮੈਡੀਕਲ ਹੋ ਰਿਹਾ ਤੇ ਇਹ ਸਾਰੇ ਕੁਐਸਚਨ ਉਹ ਮੈਡੀਕਲ ਵਾਲੀ ਨਰਸ ਪੁੱਛੇਗੀ। ਅਗਰ ਮੈਡੀਕਲ ਨਹੀਂ ਹੋ ਰਿਹਾ ਤੇ ਇਹ ਸਾਰੇ ਕੁਐਸਚਨ ਏਜੰਟ ਪੁੱਛੂਗਾ। ਸੋ ਕੁਐਸਚਨਸ ਕੰਪਨੀ ਸਾਰੇ ਪੁੱਛਦੀਆਂ ਨੇ। ਉਸ ਤੋਂ ਬਾਅਦ ਹੁਣ ਕਿੱਥੇ ਗਲਤੀ ਹੋ ਰਹੀ ਹੈ ਉਹ ਹੁਣ ਅਸੀਂ ਆਈ ਕੈਨ ਸੇ ਕਿ ਹਾਂ ਇਸ ਪੁਆਇੰਟ ਤੇ ਗਲਤੀ ਹੈਗੀ ਹੈ। ਸੋ ਇਹ ਕੁਐਸਚਨ ਸਾਰੇ ਹੈਗੇ ਨੇ ਐਪਲੀਕੇਸ਼ਨ 'ਚ, ਸਾਰਿਆਂ ਦੇ ਆਨਸਰ ਵੀ ਆਪਾਂ ਨੂੰ ਕਰਨੇ ਪੈਂਦੇ ਨੇ। ਚਲੋ ਜੀ, ਇੱਥੇ ਹੀ ਫਿਰ ਅਸੀਂ ਗੱਲਬਾਤ ਖਤਮ ਕਰਦੇ ਹਾਂ। ਗੱਲ ਇੱਥੇ ਨਿਬੜਦੀ ਹੈ ਕਿ ਜਿਹੜਾ ਹਰ ਮਾਮਲੇ 'ਚ ਇਹ ਗੱਲ ਢੁਕਦੀ ਹੈ ਕਿ ਜਿਹੜਾ ਕੰਜ਼ਿਊਮਰ ਹੈ, ਜਿਹੜਾ ਕਲਾਇੰਟ ਹੈ, ਜਿਹੜਾ ਇੰਸ਼ੋਰੈਂਸ ਲੈਣ ਵਾਲਾ, ਉਹਨੂੰ ਖੁਦ ਨੂੰ ਵੀ ਆਪਣੇ ਆਪ ਨੂੰ ਐਜੂਕੇਟ ਕਰਨਾ ਚਾਹੀਦਾ। ਜਿਸ ਚੀਜ਼ ਬਾਰੇ ਉਹ ਪੈਸਾ ਦੇ ਰਿਹਾ, ਹਰ ਮਹੀਨੇ ਦੇ ਰਿਹਾ 100%, ਤੇ ਉਹਦੇ ਬਾਰੇ ਆਪਣੇ ਆਪ ਨੂੰ ਐਜੂਕੇਟ ਕਰਨਾ ਬਹੁਤ ਇੰਪੋਰਟੈਂਟ ਹੈ। ਬਿਲਕੁਲ ਬਲਾਈਂਡ ਟਰਸਟ ਨਹੀਂ ਕਰਨਾ, ਪੇਪਰ ਵਰਕ ਰੀਡ ਕਰਨਾ, ਕੋਈ ਮਿਸਰਿਪ੍ਰੈਜ਼ੈਂਟੇਸ਼ਨ ਨਹੀਂ ਕਰਨੀ। ਅਗਰ ਕਲੇਮ ਆ ਗਿਆ ਤੇ ਡੋਂਟ ਵਰੀ, ਕੋਈ ਤੂਫਾਨ ਨਹੀਂ ਆਇਆ, ਘਬਰਾਉਣਾ ਨਹੀਂ ਹੈਗਾ ਕਿ ਮੇਰਾ ਕਲੇਮ ਡਿਕਲਾਈਨ ਹੋ ਗਿਆ। ਸਟਿਲ ਤੁਹਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ। ਸੋ ਤੁਸੀਂ ਜਿਹੜਾ ਕਿਸੇ ਪ੍ਰੋਪਰ ਪਰਸਨ ਦੇ ਨਾਲ, ਆਪਣੇ ਐਡਵਾਈਜ਼ਰ ਦੇ ਨਾਲ ਜਿਹੜਾ ਪ੍ਰੋਪਰ ਡਿਸਕਸ਼ਨ ਕਰਨ ਤੋਂ ਬਾਅਦ ਜਿਹੜਾ ਸਟੈਪ ਲੈਣਾ ਹੈਗਾ। ਥੈਂਕ ਯੂ ਸ਼ਮੀਲ ਜੀ।